ਹੈਲੋ एवरीवन। ਅੱਜ ਅਸੀਂ ਡਿਸਕਸ ਕਰਨ ਵਾਲੇ ਹਾਂ ਡੈਫੀਨੇਸ਼ਨ ਐਂਡ ਸਮ ਥਿਓਰਮਸ ਆਫ ਅ ਰਾਈਮਨ-ਸਟੈਲਜ਼ਸ ਇੰਟੈਗਰਲ। ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਰਾਈਮਨ-ਸਟੈਲਜ਼ਸ ਇੰਟੈਗਰਲ ਸਾਡੇ ਕੋਲ ਹੁੰਦਾ ਕੀ ਆ। ਇਸ ਤੋਂ ਪਹਿਲਾਂ ਅਸੀਂ ਨੇ ਰਾਈਮਨ-ਸਟੈਲਜ਼ਸ ਇੰਟੈਗਰਲ ਸਮ ਕੀਤਾ, ਸਮ ਤੇ ਇੰਟੈਗਰਲ ਦੀ ਡੈਫੀਨੇਸ਼ਨ ਕੀਤੀ ਹੈ, ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਉਹ ਕਨਸੈਪਟ ਸੀ ਜੋ ਸਾਨੂੰ ਐਜ਼ ਅ ਦਿੱਤਾ ਗਿਆ ਸੀ। ਹੁਣ ਅਸੀਂ ਉਹਨੂੰ ਥੋੜ੍ਹਾ ਈਜ਼ੀ ਵੇ ਦੇ ਵਿੱਚ ਸਮਝਾਂਗੇ, ਲੋਅਰ ਐਂਡ ਅਪਰ ਸਮ ਦੀ ਫੋਰਮ ਦੇ ਵਿੱਚ। ਸਟੇਟਮੈਂਟ ਸਾਡੇ ਕੋਲ ਡੈਫੀਨੇਸ਼ਨ ਕੀ ਆ, ਲੈਟ ਐਲਫਾ ਬੀ ਅ ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ ਔਨ ਐਨੀ ਇੰਟਰਵਲ। ਦੇਖੋ, ਜਦੋਂ ਅਸੀਂ ਰਾਈਮਨ-ਸਟੈਲਜ਼ਸ ਇੰਟੈਗਰਲ ਵਾਲੇ ਬਾਰੇ ਪੜ੍ਹ ਰਹੇ ਸੀ ਤਾਂ ਉਦੋਂ ਅਸੀਂ ਕਿਹਾ ਸੀਗਾ, ਕਹਿੰਦੇ ਜਿਹੜੀ ਰਾਈਮਨ-ਸਟੈਲਜ਼ਸ ਆ ਇਹ ਰਾਈਮਨ ਇੰਟੀਗ੍ਰੇਸ਼ਨ ਦੀ ਤਰ੍ਹਾਂ ਹੀ ਆ, ਰਾਈਮਨ ਇੰਟੈਗਰਲ ਦੀ ਤਰ੍ਹਾਂ ਹੀ ਆ। ਬਸ ਇਹਦੇ ਵਿੱਚ ਫ਼ਰਕ ਕੀ ਆ, ਕਹਿੰਦੇ ਉਹਦੇ ਵਿੱਚ ਅਸੀਂ ਜਦੋਂ ਇੰਟੀਗ੍ਰੇਸ਼ਨ ਕਰਦੇ ਸੀ ਕਿਸੇ ਫੰਕਸ਼ਨ ਦੀ A to B ਇੰਟਰਵਲ f(x) ਤਾਂ ਉਹ ਹਮੇਸ਼ਾ dx ਦੇ ਵਿਦ ਰਿਸਪੈਕਟ ਹੁੰਦੀ ਸੀ। dt ਜੋ ਵੇਰੀਏਬਲ ਚੇਂਜ ਹੋ ਜਾਂਦਾ ਸੀ, ਬਸ ਇੱਕ ਵੇਰੀਏਬਲ ਦੇ ਵਿਦ ਰਿਸਪੈਕਟ ਟੂ ਅਸੀਂ ਕੀ ਕਰਦੇ ਸੀ, ਇੰਟੀਗ੍ਰੇਸ਼ਨ। ਬਟ ਰਾਈਮਨ-ਸਟੈਲਜ਼ਸ ਇੰਟੈਗਰਲ ਦੇ ਵਿੱਚ ਕੀ ਹੈ, ਜੋ ਇਹ ਕਹਿੰਦੇ ਅਸੀਂ ਕਿਸੇ ਵੀ ਫੰਕਸ਼ਨ ਦੀ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਸਮ ਅਨਦਰ ਫੰਕਸ਼ਨ ਕਰ ਸਕਦੇ ਹਾਂ। ਹੁਣ ਜਿਹੜਾ ਅਨਦਰ ਫੰਕਸ਼ਨ ਆ ਉਹਦੇ ਸਮ ਕਰੈਕਟਰਿਸਟਿਕ ਸੀਗੀ, ਜਾਂ ਉਹਦੇ ਕਹਿ ਲਓ ਕਿ ਉਹ ਵੀ ਕੁਝ ਕੰਡੀਸ਼ਨ ਨੂੰ ਸੈਟਿਸਫਾਈ ਕਰਦਾ ਸੀ। ਉਹ ਕੰਡੀਸ਼ਨਸ ਕੀ ਨੇ, ਉਹਨਾਂ ਦੇ ਉੱਪਰ ਅਸੀਂ ਕਿਵੇਂ ਅਪਲਾਈ ਕਰਨਾ, ਜਾਂ ਉਹਨੂੰ ਰੱਖਦੇ ਹੋਏ ਫਿਰ ਕਿਵੇਂ ਅਸੀਂ ਰਾਈਮਨ-ਸਟੈਲਜ਼ਸ ਇੰਟੈਗਰਲ ਫਾਈਂਡ ਕਰਨਾ, ਅਸੀਂ ਉਹ ਸਾਰਾ ਕੁਝ ਪੜ੍ਹਾਂਗੇ। ਬਸ ਮੇਨ ਫਰਕ ਸਾਡੇ ਕੋਲ ਰਾਈਮਨ ਅਤੇ ਰਾਈਮਨ-ਸਟੈਲਜ਼ਸ ਦੇ ਵਿੱਚ ਕੀ ਆ, ਕਹਿੰਦੇ ਜੋ ਰਾਈਮਨ ਇੰਟੈਗਰਲ ਸੀ ਉਹ ਸਿਰਫ ਇੱਕ ਫੰਕਸ਼ਨ ਦਾ ਵਿਦ ਰਿਸਪੈਕਟ ਟੂ ਸਮ ਵੇਰੀਏਬਲ ਇੰਟੀਗ੍ਰੇਸ਼ਨ ਹੁੰਦੀ ਸੀ। ਬਟ ਰਾਈਮਨ-ਸਟੈਲਜ਼ਸ ਕੀ ਆ, ਕਿਸੇ ਫੰਕਸ਼ਨ ਦੀ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਅਨਦਰ ਫੰਕਸ਼ਨ, ਉਹ ਕੀ ਹੋਏਗਾ ਜਦੋਂ ਫਾਈਂਡ ਕਰਨੀ ਹੋਏਗੀ, ਰਾਈਮਨ-ਸਟੈਲਜ਼ਸ ਇੰਟੈਗਰਲ ਦੀ ਯੂਜ਼ ਕਰਾਂਗੇ। ਦੇਖੋ, ਹੁਣ ਜਿਹੜਾ ਅਸੀਂ ਕਿਹਾ, ਕਹਿੰਦੇ ਐਲਫਾ ਦੀਆਂ ਕੁਝ ਕਰੈਕਟਰਿਸਟਿਕਸ ਹੋਣਗੀਆਂ, ਅਸੀਂ ਪਹਿਲਾਂ ਉਹ ਕਰੈਕਟਰਿਸਟਿਕਸ ਪੜ੍ਹਦੇ ਹਾਂ, ਜਾਂ ਉਹ ਕਹਿੰਦੇ ਹਾਂ ਵੀ ਉਹ ਕਿਹੜੀ ਕਿਹੜੀ ਕੰਡੀਸ਼ਨ ਨੂੰ ਕੀ ਕਰਦਾ ਹੋਏਗਾ, ਸੈਟਿਸਫਾਈ ਕਰਦਾ ਹੋਏਗਾ। ਲੈਟ ਐਲਫਾ ਬੀ ਅ ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ। ਕਹਿੰਦੇ ਬੱਚੇ ਫੰਕਸ਼ਨ ਦਾ, ਐਫ ਫੰਕਸ਼ਨ ਦਾ, ਜਿਸ ਦੀ ਇੰਟੀਗ੍ਰੇਸ਼ਨ ਕਰ ਰਹੇ ਹਾਂ ਕਿਹਦੇ ਵਿਦ ਰਿਸਪੈਕਟ ਟੂ, ਐਲਫਾ ਦੇ ਵਿਦ ਰਿਸਪੈਕਟ ਟੂ, ਉਹ ਐਲਫਾ ਕੀ ਹੋਣਾ ਚਾਹੀਦਾ, ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਹੋਣਾ ਚਾਹੀਦਾ। ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਔਨ ਇੰਟਰਵਲ A to B। ਹੁਣ ਮੋਨੋਟੋਨਿਕਲੀ ਇਨਕਰੀਜ਼ਿੰਗ ਸਮਝਦੇ ਹਾਂ ਪਹਿਲਾਂ। ਕਹਿੰਦੇ ਬੱਚੇ ਉਹ ਫੰਕਸ਼ਨ ਜੋ ਸਾਡੇ ਕੋਲ ਕੀ ਆ, ਕਿਸੇ A B ਇੰਟਰਵਲ, ਮੰਨ ਲਓ ਆ A to B ਇੰਟਰਵਲ ਆ, ਅਸੀਂ ਇਸ A B ਇੰਟਰਵਲ ਦੀ ਹਾਂਜੀ, ਅਸੀਂ ਕਿਹਾ, ਕਹਿੰਦੇ ਸਾਡੇ ਕੋਲ ਕੋਈ A to B ਇੰਟਰਵਲ ਆ, A to B। ਅਸੀਂ ਇਹਦੀ ਪਾਰਟੀਸ਼ਨ ਕੀਤੀ ਕੁਛ ਇਸ ਤਰ੍ਹਾਂ ਦੇ ਨਾਲ, ਬੱਚੇ ਆ x1 ਆ, x2 ਆ, x3 ਆ, ਅਪ ਟੂ ਸੋ ਔਨ x of n ਆ, ਵਿਚ ਇਜ਼ ਇਕੁਅਲ ਟੂ B। ਇਹ ਪਾਰਟੀਸ਼ਨ ਇਸ ਤਰ੍ਹਾਂ ਕੀਤੀ ਹੈ ਕਿ x1 ਦੀ ਵੈਲਿਊ x2 ਤੋਂ ਛੋਟੀ ਆ, x2 ਦੀ ਵੈਲਿਊ x3 ਤੋਂ ਛੋਟੀ, ਅਪ ਟੂ ਸੋ ਔਨ xn ਤੋਂ ਛੋਟੀ। ਕਹਿੰਦੇ ਜਦੋਂ ਇਹ ਪੁਆਇੰਟ ਫੰਕਸ਼ਨ ਦੇ ਵਿੱਚ ਪੁੱਟ ਕੀਤੇ, ਐਲਫਾ ਦੇ ਉੱਤੇ ਅਪਲਾਈ ਕੀਤਾ, ਤਾਂ ਜਿਹੜੇ ਸਾਨੂੰ ਆਨਸਰ ਮਿਲਣਗੇ ਉਹ ਵੀ ਕੀ ਹੋਣਗੇ, ਇਸੇ ਫਾਰਮੈਟ 'ਚ ਹੋਣਗੇ। ਜਿਵੇਂ ਕਹੀਏ ਕਿ ਆ ਸਾਡਾ A ਪੁਆਇੰਟ ਆ, ਫੰਕਸ਼ਨ ਦੀ ਵੈਲਿਊ ਉਰੇ ਆਉਂਦੀ ਸੀਗੀ, ਇੱਥੇ ਆਉਂਦੀ ਸੀ x1 ਤੇ x2 ਤੇ ਉਰੇ ਆਉਂਦੀ ਸੀ, x3 ਤੇ ਉਰੇ, ਤਾਂ ਜਿਹੜੀ ਇਹ ਕਰਵ ਬਣੇਗੀ ਉਹ ਕੀ ਹੋਏਗੀ, ਇਨਕਰੀਜ਼ਿੰਗ ਕਰਵ ਬਣੇਗੀ। ਸਟਾਰਟਿੰਗ ਤੋਂ ਲੈ ਕੇ ਐਂਡਿੰਗ ਪੁਆਇੰਟ ਤੱਕ ਇਹ ਇਨਕਰੀਜ਼ ਹੁੰਦੀ ਜਾਏਗੀ। ਕਿਤੇ ਵੀ ਬੱਚੇ ਡਾਊਨਫਾਲ ਨਹੀਂ ਆਏਗਾ, ਡਾਊਨਫਾਲ ਨਹੀਂ ਆਏਗਾ, ਸਾਡੇ ਕੋਲ ਹਮੇਸ਼ਾ ਇਹ ਹਾਈ 'ਚ ਜਾਏਗੀ। ਉਹਨੂੰ ਅਸੀਂ ਕੀ ਬੋਲਾਂਗੇ, ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ। ਹੁਣ ਮੋਨੋਟੋਨਿਕ ਇਨਕਰੀਜ਼ਿੰਗ ਹੋ ਗਿਆ। ਹੁਣ ਦੇਖੋ ਬੱਚੇ, ਜੇ ਇਹ ਮੋਨੋਟੋਨ ਇਨਕਰੀਜ਼ਿੰਗ ਆ ਇਨ ਇੰਟਰਵਲ A to B, ਤਾਂ ਅਸੀਂ ਦੇਖ ਰਹੇ ਹਾਂ ਕਿ A ਦੇ ਉੱਤੇ ਇਹਦੀ ਵੈਲਿਊ ਸਾਡੇ ਕੋਲ ਕੋਈ ਐਗਜਿਸਟ ਕਰਦੀ ਆ, B ਦੇ ਉੱਤੇ ਕੋਈ ਇਹਦੀ ਵੈਲਿਊ ਸਾਡੇ ਕੋਲ ਐਗਜਿਸਟ ਕਰਦੀ ਆ। ਹੁਣ ਫੰਕਸ਼ਨ ਕੀ ਹੋ ਗਿਆ ਬੱਚੇ, ਇਹਦੀ ਲੋਅਰ ਵੈਲਿਊ ਵੀ ਹੈਗੀ ਹੈ, ਇਹਦੀ ਅੱਪਰ ਵੈਲਿਊ ਵੀ ਹੈਗੀ, ਤਾਂ ਅਸੀਂ ਕਹਾਂਗੇ ਜਿਹੜਾ ਫੰਕਸ਼ਨ ਐਲਫਾ ਉਹ ਇਹਨਾਂ ਦੋਹਾਂ ਦੇ ਵਿੱਚ, ਦੋ ਹੀ ਫਾਈਨਾਈਟ ਵੈਲਿਊਜ਼ ਦੇ ਵਿੱਚ ਕੀ ਹੋਇਆ ਬਾਊਂਡ ਹੋਇਆ। ਸੋ ਕੀ ਕਹਿ ਸਕਦੇ ਹਾਂ, ਐਲਫਾ ਇਜ਼ ਅ ਮੋਨੋਟੋਨਿਕਲੀ ਇਨਕਰੀਜ਼ਿੰਗ ਐਂਡ ਅ ਬਾਊਂਡਡ ਫੰਕਸ਼ਨ ਔਨ A to B ਇੰਟਰਵਲ। ਮੋਨੋਟੋਨ ਇਨਕਰੀਜ਼ਿੰਗ ਵੀ ਆ, ਪਲੱਸ ਇਹ ਬਾਊਂਡਡ ਵੀ ਹੈ, ਕਿਉਂਕਿ A to B ਇੰਟਰਵਲ ਦੇ ਵਿੱਚ ਇਹਦੀ ਲੋਅਰ ਬਾਊਂਡ ਵੀ ਹੈਗੀ ਹੈ ਅਤੇ ਇਹਦੀ ਅਪਰ ਬਾਊਂਡ ਵੀ ਕੀ ਕਰ ਰਹੀ ਆ, ਐਗਜਿਸਟ ਕਰ ਰਹੀ ਆ। ਹੁਣ ਨੈਕਸਟ ਬੱਚੇ, ਇੱਕ ਸਾਨੂੰ ਹੋਰ ਚੀਜ਼ ਚਾਹੀਦੀ ਹੈ ਇਹਦੇ ਵਿੱਚ, ਡੈਲ ਐਕਸ ਦੀ ਵੈਲਿਊ, ਡੈਲ ਐਲਫਾ ਐਕਸ ਦੀ। ਕਹਿੰਦੇ ਅਗੇਨ ਉੱਥੇ ਆ ਜਾਓ, ਜੋ ਅਸੀਂ ਪਾਰਟੀਸ਼ਨ ਕੀਤੀ ਆ A to B ਇੰਟਰਵਲ ਦੀ, ਇਹਦੇ ਵਿੱਚ ਅਸੀਂ ਮੰਨ ਲਓ ਆ ਹੈਗਾ x1, ਆ ਹੈਗਾ x2, ਇੱਥੇ ਕਿਤੇ ਬੱਚੇ ਕੀ ਪਿਆ, x of I ਪਿਆ। ਇਹ ਤੋਂ ਇੱਕ ਮੂਰੇ ਵੈਲਿਊ ਪਈ ਆ xi-1। ਦੇਖੋ ਅਸੀਂ ਕਿਹਾ ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਲਿਆ, ਇਸ ਦਾ ਮਤਲਬ ਐਲਫਾ xi-1 ਦੀ ਵੈਲਿਊ xi ਤੋਂ ਲੈਸ ਅਸੀਂ ਮੰਨ ਕੇ ਚੱਲੇ ਹਾਂ। ਜਦੋਂ ਇਹ ਵੈਲਿਊ ਫੰਕਸ਼ਨ 'ਚ ਪੁੱਟ ਕੀਤੀ ਤਾਂ ਐਲਫਾ xi-1 ਦੀ ਵੈਲਿਊ ਕਿਤੋਂ ਲੈਸ ਆਏਗੀ, ਐਲਫਾ xi ਤੋਂ ਲੈਸ ਆਏਗੀ। ਹੁਣ ਐਲਫਾ xi-1 ਨੂੰ ਉੱਧਰ ਲੈ ਜਾਓ ਤਾਂ ਮਾਈਨਸ ਦਾ ਹੋਏਗਾ। ਦਿਸ ਇੰਪਲਾਈਜ਼ ਐਲਫਾ xi ਮਾਈਨਸ ਐਲਫਾ xi-1 ਇਜ਼ ਗ੍ਰੇਟਰ ਦੈਨ ਇਕੁਅਲ ਟੂ 0। ਇਹ ਕਿਤੋਂ ਵੱਡਾ ਹੋ ਗਿਆ, ਸਾਡੇ ਕੋਲ 0 ਤੋਂ ਗ੍ਰੇਟਰ ਵੈਲਿਊ ਹੋ ਗਈ। ਹੁਣ ਬੱਚੇ ਜਿਹੜੀ ਆ ਵੈਲਿਊ, ਇਹਨੂੰ ਧਿਆਨ ਨਾਲ ਦੇਖੋ, ਅਸੀਂ ਇਹਨੂੰ ਕਿਵੇਂ ਲਿਖ ਸਕਦੇ ਹਾਂ, ਡੈਲ ਆਫ ਐਲਫਾ xi।
इज़ ग्रेटर दैन इक्वल टू 0। सो ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਡੈਲ ਹੋਏਗਾ ਉਹ ਹਮੇਸ਼ਾ ਸਾਡੇ ਕੋਲ ਕੀ ਦੇਗਾ, ਪੋਜ਼ੀਟਿਵ ਵੈਲਿਊ ਦੇਗਾ। ਡੈਲ ਐਲਫਾ ਐਕਸ ਆਈ ਦੀ ਵੈਲਿਊ ਕੀ ਹੋਏਗੀ, ਪੋਜ਼ੀਟਿਵ। ਦੇਖੋ ਜੇ ਇਹ ਰਾਈਮਨ ਸਟੈਲਜਸ ਦੀ ਡੈਫੀਨੇਸ਼ਨ ਦੇ ਲਈ ਅਸੀਂ ਬੇਸ ਬਣ ਰਹੇ ਹਾਂ ਵੀ ਉਹਦੇ ਵਿੱਚ ਜਿਹੜੀ ਜਿਹੜੀ ਚੀਜ਼ ਹੁੰਦੀ ਆ ਉਹਦੀ ਪਹਿਲਾਂ ਤੋਂ ਹੀ ਡਿਫਾਈਨਮੈਂਟ ਕਰਕੇ ਰੱਖਦੇ ਹਾਂ। ਜੇ ਡੈਲ ਯੂਜ਼ ਹੋਊ ਤਾਂ ਉਹਦਾ ਮਤਲਬ ਕੀ ਹੋਊਗਾ, ਜੇ ਐਫ ਯੂਜ਼ ਹੋਊਗਾ ਤਾਂ ਉਹਦਾ ਮਤਲਬ ਕੀ ਹੋਊਗਾ, ਐਕਸੈਕਟਰਾ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਡੈਲ ਐਲਫਾ ਸਮਝਿਆ। ਕਹਿੰਦੇ ਐਲਫਾ ਦਾ ਕੀ ਹੁੰਦਾ, ਇੱਕ ਮੋਨੋਟੋਨਿਕਲੀ ਇਨਕਰੀਜ਼ਿੰਗ ਫੰਕਸ਼ਨ ਹੁੰਦਾ ਜੋ ਬਾਊਂਡਡ ਵੀ ਹੁੰਦਾ, ਪਲੱਸ ਜਿਹੜੀ ਉਹਦੀ ਡੈਲ ਹੁੰਦੀ ਆ ਉਹ ਹਮੇਸ਼ਾ ਕੀ ਸਾਨੂੰ ਪੋਜ਼ੀਟਿਵ ਵੈਲਿਊ ਦਿੰਦੀ ਹੈ। ਇਹ ਸੀਗੀ ਸਾਡੇ ਕੋਲ ਉਸ ਫੰਕਸ਼ਨ ਦੀ ਡਿਸਕ੍ਰਿਪਸ਼ਨ ਜਿਹਦੇ ਵਿਦ ਰਿਸਪੈਕਟ ਟੂ ਅਸੀਂ ਕਿਸੇ ਫੰਕਸ਼ਨ ਦੀ ਇੰਟੀਗ੍ਰੇਸ਼ਨ ਫਾਈਂਡ ਕਰਨੀ ਆ। ਹੁਣ ਅੱਗੇ ਇੱਕ ਫੰਕਸ਼ਨ ਨੂੰ ਡਿਫਾਈਨ ਕੀਤਾ ਬੱਚੇ ਜਿਹਦਾ ਰਾਈਮਨ ਸਟੈਲਜਸ ਅਸੀਂ ਫਾਈਂਡ ਕਰਦੇ ਹਾਂ। ਕਹਿੰਦੇ ਲੈਟ ਐਫ ਬੀ ਆ ਬਾਊਂਡਡ ਰੀਅਲ ਵੈਲਿਊਡ ਫੰਕਸ਼ਨ। ਕਹਿੰਦੇ ਜਿਹੜਾ ਐਫ ਫੰਕਸ਼ਨ ਅਸੀਂ ਚੈੱਕ ਕਰ ਰਹੇ ਹਾਂ ਉਹ ਬਾਊਂਡਡ ਫੰਕਸ਼ਨ ਹੋਣਾ ਚਾਹੀਦਾ, ਬਾਊਂਡਡ ਰੀਅਲ ਫੰਕਸ਼ਨ ਹੋਣਾ ਚਾਹੀਦਾ ਔਨ ਏ ਟੂ ਬੀ ਇੰਟਰਵਲ। ਠੀਕ, ਕਹਿੰਦੇ ਜੇ ਉਹ ਬਾਊਂਡਡ ਫੰਕਸ਼ਨ ਆ ਬੱਚੇ, ਬਾਊਂਡਡ ਹੈ ਇਸਦਾ ਮਤਲਬ ਉਹਦੀ ਕੋਈ ਲੋਅਰ ਬਾਊਂਡ ਵੀ ਹੋਊਗੀ, ਉਹਦੀ ਕੋਈ ਅਪਰ ਬਾਊਂਡ ਵੀ ਹੋਊਗੀ। ਕਹਿੰਦੇ ਅਸੀਂ ਇੱਕ ਕੈਪੀਟਲ ਐਮ ਆਈ ਇੱਕ ਸਮੋਲ ਐਮ ਆਈ ਨੂੰ ਕੀ ਕੀਤਾ, ਰਾਈਟ ਕੀਤਾ, ਡਿਫਾਈਨ ਕੀਤਾ। ਕੈਪੀਟਲ ਐਮ ਆਈ ਕਿਹਨੂੰ ਸ਼ੋ ਕਰੇਗਾ, ਸੁਪਰੀਮਮ ਆਫ ਐਫ ਐਕਸ, ਐਫ ਐਕਸ ਫੰਕਸ਼ਨ ਦੀ ਸੁਪਰੀਮਮ ਇਨ ਦਾ ਪੁਆਇੰਟ ਐਕਸ ਆਈ -1 ਤੋਂ ਲੈ ਕੇ ਐਕਸ ਆਫ ਆਈ ਦੇ ਵਿੱਚ ਕਿਵੇਂ ਕਹਿ ਸਕਦੇ ਹਾਂ ਬੱਚੇ, ਜਿਵੇਂ ਅਸੀਂ ਕਹੀਏ 0 ਤੋਂ 1 ਦੇ ਵਿੱਚ ਅਸੀਂ ਕੋਈ ਵੈਲਿਊਜ਼ ਪਾਉਣੀ ਹੈ। ਸਿਰਫ ਐਗਜ਼ਾਮਪਲ ਦੱਸ ਰਹੇ ਹਾਂ ਕਿ 0 ਤੋਂ 1 ਦੇ ਵਿੱਚ ਕੋਈ ਵੈਲਿਊ ਪਾਉਣੀ ਆ। ਫੰਕਸ਼ਨ ਕੀ ਆ ਕਿ ਐਫ ਐਕਸ ਇਜ਼ ਇਕੁਅਲ ਟੂ 0 ਆ, ਐਫ ਐਕਸ ਇਜ਼ ਇਕੁਅਲ ਟੂ ਐਕਸ ਡਿਫਾਈਨਮੈਂਟ ਹੈ ਕਿ ਜਦੋਂ ਐਕਸ ਪਾਉਂਗੇ ਆਂਸਰ ਐਕਸ। ਦੇਖੋ ਜਦੋਂ 0 ਪਾਇਆ ਆਂਸਰ ਕੀ ਆਊਗਾ 0, ਜੇ 1 ਪਾਇਆ ਤਾਂ ਆਂਸਰ ਕੀ ਆਊਗਾ 1। ਤਾਂ ਇਹਦੇ ਵਿੱਚੋਂ ਲੋਅਰ ਵੈਲਿਊ ਕਿਹੜੀ ਆ, ਇਹਦੀ ਇਨਫੀਮਮ ਕੀ ਆ 0 ਅਤੇ ਇਹਦੀ ਸੁਪਰੀਮਮ ਕੀ ਆ 1। ਜਿਹੜੀ ਇਹਦੀ ਸੁਪਰੀਮਮ ਅਸੀਂ ਉਹਨੂੰ ਕਿਹਦੇ ਨਾਲ ਲਿਖ ਦਾਂਗੇ, ਐਮ ਦੇ ਨਾਲ ਲਿਖ ਦਾਂਗੇ। ਜਿਹੜੀ ਆਪਣੇ ਕੋਲ ਇਨਫੀਮਮ ਆ ਉਹਨੂੰ ਸਮੋਲ ਦੇ ਨਾਲ ਲਿਖ ਦਾਂਗੇ। ਇਹ ਤਾਂ ਸੀਗੀ ਸਿੰਪਲ ਸਾਡੇ ਕੋਲ ਬੱਚੇ ਇੱਕ ਇੰਟਰਵਲ 'ਤੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਰਾਈਮਨ ਦੀ ਤਾਂ ਸਾਨੂੰ ਪਾਰਟੀਸ਼ਨ ਕਰਨੀ ਪੈਂਦੀ ਆ। ਹੁਣ ਦੇਖੋ ਜੇ ਤੁਸੀਂ ਏ ਟੂ ਬੀ ਇੰਟਰਵਲ ਦੀ ਪਾਰਟੀਸ਼ਨ ਕਰੋਗੇ, ਪਾਰਟੀਸ਼ਨ ਦਾ ਮਤਲਬ ਇਸੇ ਇੰਟਰਵਲ ਨੂੰ ਛੋਟੇ ਛੋਟੇ ਪਾਰਟਸ 'ਚ ਬ੍ਰੇਕ ਕਰਨਾ, 0 ਤੋਂ ਲੈ ਕੇ 0.25, ਫਿਰ 0.25 ਤੋਂ ਲੈ ਕੇ 0.5, 0.5 ਤੋਂ ਲੈ ਕੇ 0.75। ਤਾਂ ਇਹਨਾਂ ਜਿਹੜੀਆਂ ਵੈਲਿਊਜ਼ 'ਤੇ ਆ 0 'ਤੇ ਸਾਨੂੰ ਇਨਫੀਮਮ ਮਿਲੂਗਾ, ਇਹਦੇ ਉੱਤੇ ਸੁਪਰੀਮਮ ਮਿਲੂ, ਅਗੇਨ ਇਹ 'ਤੇ ਇਨਫੀਮਮ, ਇਹ 'ਤੇ ਸੁਪਰੀਮਮ, ਇਹ 'ਤੇ ਇਨਫੀਮਮ, ਇਹ 'ਤੇ ਸੁਪਰੀਮਮ। ਤਾਂ ਜਿਹੜੀ ਇਹਨਾਂ ਸਾਰਿਆਂ ਦੀ ਵੈਲਿਊ ਹੋਊਗੀ ਉਹਨਾਂ ਨੂੰ ਕੀ ਲਿਖ ਦਾਂਗੇ, ਕੈਪੀਟਲ M1, ਕੈਪੀਟਲ M2, ਕੈਪੀਟਲ M3। ਇਹਨਾਂ ਨੂੰ ਨੇਮ ਦੇ ਦਾਂਗੇ ਵਿੱਚ ਕੈਪੀਟਲ M1, ਕੈਪੀਟਲ M2। ਇਹਨਾਂ ਨੂੰ ਅਸੀਂ ਕੀ ਬੋਲਾਂਗੇ, ਸੁਪਰੀਮਮ ਆਫ ਦਾ ਫੰਕਸ਼ਨ ਐਫ ਐਕਸ। ਅਤੇ ਜਿਹੜੀਆਂ ਇਹਦੀਆਂ ਲੋਅਰ ਬਾਊਂਡਸ ਹੋਣਗੀਆਂ ਜਾਂ ਲੋਅਰ ਹੋਣਗੀਆਂ, ਇਹਨਾਂ ਇਨਫੀਮਮ ਹੋਣਗੇ, ਅਸੀਂ ਉਹਨੂੰ ਕਿਹਦੇ ਨਾਲ ਰਿਪਰਜੈਂਟ ਕਰਾਂਗੇ, MI ਦੇ ਨਾਲ ਰਿਪਰਜੈਂਟ ਕਰਾਂਗੇ ਔਨ ਐਨੀ ਇੰਟਰਵਲ। ਇਹ ਸੀਗਾ ਸਾਡੇ ਕੋਲ ਇਨਫੀਮਮ ਐਂਡ ਸੁਪਰੀਮਮ, ਕੈਪੀਟਲ MI ਅਤੇ ਸਮੋਲ MI ਦੀ ਵੈਲਿਊ। ਨੈਕਸਟ ਬੱਚੇ ਕਹਿੰਦਾ ਹੁਣ ਇਹਨਾਂ ਕੈਪੀਟਲ MI ਅਤੇ ਸਮੋਲ MI ਤੋਂ ਅਸੀਂ ਨੇ ਇੱਕ ਸਮ ਫਾਰਮ ਕਰਨਾ। ਉਸ ਸਮ ਨੂੰ ਅਸੀਂ ਕੀ ਬੋਲਾਂਗੇ, UPF ਐਂਡ LP ਐਲਫਾ। ਕਹਿੰਦੇ ਸਭ ਤੋਂ ਪਹਿਲਾਂ UPF ਐਲਫਾ ਦੀ ਵੈਲਿਊ ਕੀ ਆ, ਕਹਿੰਦੇ ਜਿਹੜੀਆਂ ਸਾਡੇ ਕੋਲ ਸੁਪਰੀਮਮ ਆਈਆਂ ਨੇ ਇਹਨਾਂ ਸੁਪਰੀਮਮ ਤੋਂ ਇੱਕ ਕੀ ਬਣਾਓ, ਸਮਿਸ਼ਨ I ਵੈਰੀ 1 to N ਕੈਪੀਟਲ MI ਇੰਟੂ ਡੈਲ ਆਫ ਐਲਫਾ I। ਜਿਹੜਾ ਸਮ ਹੋਏਗਾ ਬੱਚੇ ਜਿਹਦੇ ਵਿੱਚ ਅਸੀਂ ਸੁਪਰੀਮਮ ਯੂਜ਼ ਕਰਾਂਗੇ ਇਹਨੂੰ ਅਸੀਂ ਕੀ ਬੋਲਾਂਗੇ, UPF ਐਲਫਾ। ਅਤੇ ਜਿਹੜੀ ਅਸੀਂ ਸਾਡੇ ਕੋਲ ਸਮੋਲ MI ਮਤਲਬ ਇਨਫੀਮਮ ਯੂਜ਼ ਕਰਕੇ ਸਮ ਬਣੇਗਾ ਉਹਨੂੰ ਕੀ ਬੋਲਾਂਗੇ, LPF ਐਲਫਾ। ਇੱਥੇ ਤੱਕ ਤਾਂ ਹੁਣ ਅਸੀਂ ਸਮ ਹੋ ਗਿਆ। ਜੇ ਹੁਣ ਸਾਡੇ ਤੋਂ ਪੁੱਛਿਆ ਜਾਏ ਬੱਚੇ ਕਿ ਰਾਈਮਨ ਸਮ ਅਪਰ ਸਮ ਅਤੇ ਰਾਈਮਨ ਲੋਅਰ ਸਮ ਕੀ ਹੁੰਦੇ ਨੇ, ਤਾਂ ਅਸੀਂ ਰਾਈਮਨ ਸਟੈਲਜਸ ਲੋਅਰ ਸਮ, ਸੌਰੀ ਰਾਈਮਨ ਸਟੈਲਜਸ ਅਪਰ ਸਮ। ਤਾਂ ਇਹ ਹੋਏਗਾ ਬੱਚੇ ਸਾਡੇ ਕੋਲ URS ਅਪਰ ਰਾਈਮਨ ਸਟੈਲਜਸ ਸਮ, ਅਤੇ ਇਹ ਹੋਏਗਾ ਲੋਅਰ ਰਾਈਮਨ ਸਟੈਲਜਸ ਸਮ, ਇਹ ਵੈਲਿਊ। ਉਸ ਤੋਂ ਬਾਅਦ ਬੱਚੇ ਨੈਕਸਟ ਕੀ ਆ, ਕਹਿੰਦੇ ਇਹ ਤਾਂ ਹੋ ਗਏ ਸਮ। ਅਸੀਂ ਕੀ ਪੜ੍ਹ ਰਹੇ ਹਾਂ, ਇੰਟੈਗਰਲ। ਕਹਿੰਦੇ ਸਮ ਤੋਂ ਇੰਟੈਗਰਲ ਤੱਕ ਕਿਵੇਂ ਪਹੁੰਚਣਾ। ਕਹਿੰਦੇ ਜਿਹੜੀਆਂ ਬੱਚੇ UPF ਐਲਫਾ ਆਉਣਗੀਆਂ, ਦੇਖੋ UPF ਐਲਫਾ ਕੀ ਨੇ, ਜਦੋਂ ਅਸੀਂ ਕੋਈ P ਪਾਰਟੀਸ਼ਨ ਕੀਤੀ ਉਹ ਤੋਂ ਬਾਅਦ ਸਮਿਸ਼ਨ ਕੱਢਿਆ। LPF ਐਲਫਾ ਜਦੋਂ ਅਸੀਂ ਉਹਦੀ ਇਨਫੀਮਮ ਕੱਢੀਆਂ ਕਿਸੇ ਪਾਰਟੀਸ਼ਨ ਦੇ ਉੱਤੇ, ਫਿਰ ਉਹਦਾ ਸਮ ਕੀਤਾ। ਪਰ ਹੁਣ ਪਾਰਟੀਸ਼ਨਸ ਕਿੰਨੀਆਂ ਹੋ ਸਕਦੀਆਂ ਨੇ, ਬਹੁਤ ਸਾਰੀਆਂ ਪਾਰਟੀਸ਼ਨ ਸਾਡੇ ਕੋਲ ਐਗਜ਼ਿਸਟ ਕਰ ਸਕਦੀਆਂ ਨੇ। ਸੋ ਅਸੀਂ ਕੀ ਕਹਾਂਗੇ ਬੱਚੇ, ਕਹਿੰਦਾ ਜਿਹੜੀ ਇਹਨਾਂ ਪਾਰਟੀਸ਼ਨਸ ਦੇ ਵਿੱਚੋਂ ਸਭ ਤੋਂ ਇਨਫੀਮਮ ਹੋਏਗੀ UPF ਦੀ ਐਲਫਾ ਦੀ ਵੈਲਿਊ, ਉਹਨੂੰ ਅਸੀਂ ਲਿਖਾਂਗੇ A to B ਇੰਟੈਗਰਲ, ਉੱਪਰ ਨੈਗੇਟਿਵ ਦਾ ਸਾਈਨ F of D ਐਲਫਾ ਦੇ ਨਾਲ ਇਜ਼ ਇਕੁਅਲ ਟੂ ਇਨਫੀਮਮ ਆਫ UF ਐਲਫਾ। ਅਤੇ ਜਿਹੜਾ ਬੱਚੇ ਆ ਆਏਗਾ ਇਹਨੂੰ ਬੋਲਾਂਗੇ ਅਪਰ ਰਾਈਮਨ ਸਟੈਲਜਸ ਇੰਟੈਗਰਲ, ਅਪਰ ਰਾਈਮਨ ਸਟੈਲਜਸ ਇੰਟੈਗਰਲ। ਅਤੇ ਜਦੋਂ ਅਸੀਂ LPF ਕੱਢੇ ਇਹਨਾਂ ਦੇ ਵਿੱਚੋਂ ਸੁਪਰੀਮਮ ਚੱਕਾਂਗੇ, ਸਭ ਤੋਂ ਵੱਡਾ LPF ਚੱਕਾਂਗੇ, ਉਹਨੂੰ ਅਸੀਂ ਕੀ ਬੋਲਾਂਗੇ, -A to B FD of ਐਲਫਾ, ਲੋਅਰ ਰਾਈਮਨ ਸਟੈਲਜਸ ਸਮ।
ਹੁਣ ਮੇਬੀ ਤੁਹਾਨੂੰ ਇਹ ਲੱਗਦਾ ਹੋਏ ਕਿ ਕਿੰਨਾ ਕੁਛ ਅਸੀਂ ਇਹਨੇ ਸੋਲਵ ਕਰਨਾ, ਫਿਰ ਪਤਾ ਨਹੀਂ ਵੈਲਿਊਜ਼ ਆਉਣਗੀਆਂ। ਨਹੀਂ, ਜਦੋਂ ਅਸੀਂ ਇਹਨਾਂ ਨੂੰ ਵਿੱਚ ਐਗਜ਼ਾਮਪਲ ਦੇ ਥਰੂ ਸਮਝਾਂਗੇ ਤਾਂ ਸਾਨੂੰ ਇਹ ਲੱਗੇਗਾ ਬਹੁਤ ਈਜ਼ੀ ਕੰਸੈਪਟ ਸੀਗਾ ਜੋ ਅਸੀਂ ਸਮਝ ਸਕਦੇ ਹਾਂ। ਹੁਣ ਕਹਿੰਦਾ ਜਦੋਂ ਇਹ ਲੋਅਰ ਅਤੇ ਅੱਪਰ ਦੋਹਾਂ ਦੀ ਵੈਲਿਊ ਸੇਮ ਆ ਗਈ, ਮਤਲਬ ਜਿੰਨਾ ਆਨਸਰ ਇਹਦਾ ਹੋਏ ਉਨਾ ਹੀ ਆਨਸਰ ਇਹਦਾ, ਤਾਂ ਜਿਹੜੀ ਵੈਲਿਊ ਆਪਣੇ ਕੋਲ ਐਗਜ਼ਿਸਟ ਕਰ ਰਿਹਾ, ਜਿਹੜਾ ਫੰਕਸ਼ਨ ਆ ਉਹਨੂੰ ਅਸੀਂ ਕੀ ਬੋਲਾਂਗੇ, ਰਾਈਮਨ-ਸਟੈਲਜ਼ਸ ਇੰਟੈਗਰਲ। ਮਤਲਬ ਉਹ ਸਾਡੇ ਕੋਲ ਕੀ ਹੋਏਗਾ, ਰਾਈਮਨ-ਸਟੈਲਜ਼ਸ ਆ ਜਿਹੜਾ ਨੂੰ ਸੈਟਿਸਫਾਈ ਕਰਦਾ ਹੋਏਗਾ। ਸੋ ਜੇਕਰ ਲੋਅਰ ਅਤੇ ਅੱਪਰ ਸਾਡੇ ਕੋਲ ਸੇਮ ਆ ਗਏ ਤਾਂ ਅਸੀਂ ਉਸਨੂੰ ਬੋਲਾਂਗੇ ਕਿ ਉਹ ਰਾਈਮਨ-ਸਟੈਲਜ਼ਸ ਇੰਟੈਗਰਲ ਹੈਗਾ। ਨੈਕਸਟ ਬੱਚੇ ਅਗਲੀ ਡੈਫੀਨੇਸ਼ਨ ਹੈਗੀ ਆ ਰਿਫਾਈਨਮੈਂਟ। ਸੋ ਉੱਪਰ ਸਾਨੂੰ ਕੀ ਪਤਾ ਲੱਗਿਆ ਬੱਚੇ, ਕਹਿੰਦਾ ਰਾਈਮਨ-ਸਟੈਲਜ਼ਸ ਇੰਟੈਗਰਲ ਦੀ ਜੇ ਡੈਫੀਨੇਸ਼ਨ ਦੇਣੀ ਹੋਵੇ ਤਾਂ ਕੀ ਦੇਵਾਂਗੇ, ਵੈਨ ਲੋਅਰ ਇੰਟੈਗਰਲ ਐਂਡ ਅੱਪਰ ਰਾਈਮਨ-ਸਟੈਲਜ਼ਸ ਇੰਟੈਗਰਲ ਐਗਜ਼ਿਸਟ ਐਂਡ ਬੋਥ ਆਰ ਦਾ ਇਕੁਅਲ ਦੈਨ ਇਟਸ ਨੋਨ ਐਜ਼ ਦਾ ਫੰਕਸ਼ਨ ਇਜ਼ ਨੋਨ ਐਜ਼ ਦਾ ਰਾਈਮਨ-ਸਟੈਲਜ਼ਸ ਇੰਟੈਗਰਲ। ਉਸ ਤੋਂ ਬਾਅਦ ਰਿਫਾਈਨਮੈਂਟ ਆਫ ਅ ਪਾਰਟੀਸ਼ਨ। ਰਿਫਾਈਨਮੈਂਟ ਕੀ ਹੁੰਦੀ ਹੈ ਬੱਚੇ, ਕਹਿੰਦੇ ਅਸੀਂ ਕਿਸੇ ਪਾਰਟੀਸ਼ਨ, ਕੋਈ ਅਸੀਂ ਇੰਟਰਵਲ ਦੀ ਪਾਰਟੀਸ਼ਨ ਕੀਤੀ, ਉਸ ਪਾਰਟੀਸ਼ਨ ਤੋਂ ਇੱਕ ਹੋਰ ਵੱਡੀ ਪਾਰਟੀਸ਼ਨ ਲੈ ਲੈਣੀ। ਮੰਨ ਲਓ ਬੱਚੇ ਅਸੀਂ ਨੇ A to B ਇੰਟਰਵਲ ਆ, ਇਹਦੀ ਕੋਈ ਪਾਰਟੀਸ਼ਨ ਕੀਤੀ x1 x2 ਅਪ ਟੂ ਸੋ ਔਨ x3 ਐਂ ਕਰਦੇ ਕਰਦੇ x ਆਫ n ਤੱਕ, ਇੱਕ ਹੋਰ ਪਾਰਟੀਸ਼ਨ ਕੀਤੀ, ਕਹਿੰਦੇ ਇਹਦੇ ਵਿੱਚੋਂ ਸਿਰਫ ਇੱਕ ਨੰਬਰ ਵਧਾਤਾ ਬੱਚੇ, ਇੱਕ, ਇੱਥੇ ਕਿਤੇ x ਵੀ ਲੈ ਲਿਆ, ਫਿਰ ਅੱਗੇ xn। ਕਹਿੰਦੇ ਜਿਹੜੀ ਆਪਣੇ ਕੋਲ ਆਹ ਪਾਰਟੀਸ਼ਨ ਦੇ ਜਿੰਨੇ ਪੁਆਇੰਟਸ ਨੇ, ਕੀ ਉਹ ਆਹ ਪਾਰਟੀਸ਼ਨ 'ਚ ਪਏ ਨੇ, ਹਾਂਜੀ ਪਏ ਨੇ, ਬਟ ਇਹਦੇ ਵਿੱਚ ਇੱਕ ਐਕਸਟਰਾ ਪੁਆਇੰਟ ਵੀ ਪਿਆ x। ਇਸ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਜੋ ਪਹਿਲੀ ਪਾਰਟੀਸ਼ਨ ਮੰਨ ਲਓ P ਸੀ ਅਤੇ ਇਹ ਸਾਡੇ ਕੋਲ P ਸਟੈਰਿਕ ਸੀ, ਤਾਂ P ਕੀ 'ਚ ਕੰਟੇਨ ਕਰਦੀ ਹੈ, ਫੁੱਲੀ ਕੰਟੇਨ ਕੀ 'ਚ ਕਰਦੀ ਹੈ, P ਸਟੈਰਿਕ। ਤਾਂ P ਸਟੈਰਿਕ ਕੀ ਹੋਏਗੀ, P ਦੀ ਰਿਫਾਈਨਮੈਂਟ ਬੋਲੇਗੀ। P ਤੋਂ ਵੱਡੀ ਕੋਈ ਪਾਰਟੀਸ਼ਨ ਜਦੋਂ ਐਗਜ਼ਿਸਟ ਕਰ ਗਈ ਉਸਨੂੰ ਅਸੀਂ ਕੀ ਬੋਲਾਂਗੇ, ਰਿਫਾਈਨਮੈਂਟ ਆਫ ਪਾਰਟੀਸ਼ਨ P। ਇਹ ਸੀਗੀ ਰਿਫਾਈਨਮੈਂਟ ਦੀ ਡੈਫੀਨੇਸ਼ਨ। ਅੱਗੇ ਹੈਗੇ ਬੱਚੇ ਐਗਜ਼ਾਮਪਲ। ਹੁਣ ਅਸੀਂ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ ਕਿ ਕੋਈ ਫੰਕਸ਼ਨ ਕਦੋਂ ਸਾਡੇ ਕੋਲ ਕੀ ਹੋਏਗਾ, ਰਾਈਮਨ-ਸਟੈਲਜ਼ਸ ਇੰਟੈਗਰਲ ਹੋਏਗਾ, ਕਿਵੇਂ ਉਹਨੂੰ ਸੋਲਵ ਕਰਨਾ, ਕਿਵੇਂ ਆਹ UPF LPF ਨੂੰ ਅਸੀਂ ਫਾਈਂਡ ਆਊਟ ਕਰਨਾ। ਸਭ ਤੋਂ ਪਹਿਲਾਂ ਬੱਚੇ ਸਟੇਟਮੈਂਟ ਕੀ ਹੈ, ਕਹਿੰਦੇ ਇਫ fx ਇਜ਼ ਇਕੁਅਲ ਟੂ ਐਲਫਾ, ਐਲਫਾ x ਇਜ਼ ਇਕੁਅਲ ਟੂ x ਸਕੁਅਰ। ਕਹਿੰਦੇ fx ਫੰਕਸ਼ਨ ਦਿੱਤਾ ਹੋਇਆ ਬੱਚੇ, ਐਲਫਾ x ਫੰਕਸ਼ਨ ਦਿੱਤਾ ਹੋਇਆ, ਦੈਨ ਇਵੈਲੂਏਟ 0 to 1 f d ਆਫ ਐਲਫਾ। ਦੇਖੋ ਇੰਟੈਗਰਲ ਫਾਈਂਡ ਕਰਨਾ f ਦਾ ਵਿਦ ਰਿਸਪੈਕਟ ਟੂ d ਐਲਫਾ। ਇੰਟੈਗਰਲ ਕਦੋਂ ਐਗਜ਼ਿਸਟ ਕਰੇਗਾ, ਜਦੋਂ ਸਾਡੇ ਕੋਲ ਇਹਦੀ ਲੋਅਰ ਅਤੇ ਇਹਦੀ ਅੱਪਰ ਇੰਟੈਗਰਲ ਜਿਹੜੇ ਨੇ ਵਿੱਚ ਉਹ ਐਗਜ਼ਿਸਟ ਕਰ ਜਾਣ, ਤਾਂ ਅਸੀਂ ਇਹਨੂੰ ਕਿਹਦੇ ਇਕੁਅਲ ਮੰਨ ਲਾਂਗੇ, A to B f ਆਫ d ਐਲਫਾ ਦੇ ਇਕੁਅਲ ਮੰਨ ਲਾਂਗੇ, ਉਹੀ ਸਾਡੀ ਵੈਲਿਊ ਹੋਊਗੀ। ਸੋ ਕੀ ਕਰਾਂਗੇ, ਸਭ ਤੋਂ ਪਹਿਲਾਂ ਤਾਂ ਇਹਦੇ ਲਈ ਅਸੀਂ ਅੱਪਰ ਅਤੇ ਲੋਅਰ ਨੂੰ ਫਾਈਂਡ ਆਊਟ ਕਰਾਂਗੇ। ਦੇਖੋ ਉਹ ਤੋਂ ਪਹਿਲਾਂ ਅਸੀਂ ਕੰਡੀਸ਼ਨ ਚੈੱਕ ਕਰਦੇ ਹਾਂ। ਰਾਈਮਨ ਜਦੋਂ ਸਟੈਲਜ਼ਸ ਇੰਟੈਗਰਲ ਕਰਨਾ ਤਾਂ ਜਿਹੜਾ ਐਲਫਾ ਸਾਡੇ ਕੋਲ ਮੋਨੋਟੋਨਿਕਲੀ ਇਨਕਰੀਜ਼ਿੰਗ ਹੋਣਾ ਚਾਹੀਦਾ, ਬਾਊਂਡਡ ਹੋਣਾ ਚਾਹੀਦਾ, ਅਤੇ ਐਫ ਫੰਕਸ਼ਨ ਸਾਡੇ ਕੋਲ ਬਾਊਂਡਡ ਹੋਣਾ ਚਾਹੀਦਾ, ਰੀਅਲ ਵੈਲਿਊਡ ਫੰਕਸ਼ਨ ਹੋਣਾ ਚਾਹੀਦਾ। ਦੇਖੋ fx ਫੰਕਸ਼ਨ ਕੀ ਦਿੱਤਾ ਹੋਇਆ, x ਕਿਸ ਇੰਟਰਵਲ 'ਤੇ, 0 ਤੋਂ 1। 0 ਤੋਂ 1 ਦੇ ਵਿੱਚ ਬੱਚੇ ਸਾਡੇ ਕੋਲ ਜਦੋਂ ਇਹਦੀਆਂ ਵੈਲਿਊਜ਼ ਤੁਸੀਂ ਸਬਸਟੀਟਿਊਟ ਕਰੋਗੇ, ਲੋਅਰ ਵੈਲਿਊ 0, ਅੱਪਰ ਵੈਲਿਊ 1। ਸੋ ਫੰਕਸ਼ਨ ਦੀਆਂ ਵੈਲਿਊ 0 ਤੋਂ 1 ਦੇ ਵਿੱਚ ਵੇਰੀ ਕਰਨੀਆਂ ਨੇ, ਤਾਂ ਲੋਅਰ ਬਾਊਂਡ 0 ਆ, ਅੱਪਰ ਬਾਊਂਡ 1 ਹੈਗੀ ਆ, ਤਾਂ ਫੰਕਸ਼ਨ ਕੀ ਹੋ ਗਿਆ, ਬਾਊਂਡਡ ਹੋ ਗਿਆ। ਨੈਕਸਟ ਐਲਫਾ x ਦੀ ਸਕੇਅਰ ਦਿੱਤਾ ਹੋਇਆ, ਐਲਫਾ x ਇਕੁਅਲ ਟੂ ਦਿੱਤਾ ਹੋਇਆ x ਸਕੇਅਰ। ਦੇਖੋ x ਸਕੇਅਰ ਤੇ ਇੱਕ ਇਨਕਰੀਜ਼ਿੰਗ ਫੰਕਸ਼ਨ ਆ, ਜੇ 'ਚ ਨੈਗੇਟਿਵ ਵੀ ਪਾਓਗੇ ਵੈਲਿਊ ਕੀ ਆਊਗੀ, ਪੋਜ਼ੀਟਿਵ। ਸੋ ਇਨਕਰੀਜ਼ਿੰਗ ਫੰਕਸ਼ਨ ਹੈਗਾ, ਜੇ ਇਨਕਰੀਜ਼ਿੰਗ ਆ 0 ਤੋਂ 1 ਇੰਟਰਵਲ ਦੇ ਵਿੱਚ ਕੀ ਹੈ, ਬਾਊਂਡਡ ਵੀ ਹੈਗਾ, ਤਾਂ ਦੋਨੋਂ ਐਗਜ਼ਿਸਟ ਕਰਦੇ ਨੇ। ਇਸ ਦਾ ਮਤਲਬ ਅਸੀਂ ਇੱਥੇ ਰਾਈਮਨ-ਸਟੈਲਜ਼ਸ ਇੰਟੈਗਰਲ ਕੀ ਕਰ ਸਕਦੇ ਹਾਂ, ਫਾਈਂਡ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੋਏਗਾ ਬੱਚੇ, ਸਾਡੇ ਕੋਲ ਅਸੀਂ ਜੋ ਇੰਟਰਵਲ ਲਿਆ ਉਹਦੀ ਪਾਰਟੀਸ਼ਨ ਕਰਨੀ, ਕਿਉਂਕਿ ਜੇ ਪਾਰਟੀਸ਼ਨ ਕਰਾਂਗੇ ਤਾਂ ਹੀ LPF UPF ਅਸੀਂ ਫਾਈਂਡ ਕਰਾਂਗੇ। ਸੋ ਅਸੀਂ ਕੀ ਕੀਤਾ, ਹੁਣ ਜਿਹੜੀ 0 ਤੋਂ 1 ਦਿੱਤਾ ਹੋਇਆ ਇਹਦੀ ਪਾਰਟੀਸ਼ਨ ਕਰਨੀ ਹੈ ਬੱਚੇ। ਪਾਰਟੀਸ਼ਨ ਅਸੀਂ ਜਰਨਲ ਪਾਰਟੀਸ਼ਨ ਲੈ ਕੇ ਚੱਲਾਂਗੇ n ਦੀ ਫਾਰਮ ਦੇ ਵਿੱਚ, ਕਿ ਅਸੀਂ ਉਹਦੇ ਵਿੱਚ n ਨੰਬਰ ਆਫ ਪਾਰਟਸ ਦੇ ਵਿੱਚ ਉਹਨੂੰ ਡਿਵਾਈਡ ਕਰਤਾ, ਕਿਉਂਕਿ ਅਸੀਂ ਜੇ ਵਿੱਚ ਲੈ ਕੇ ਚੱਲੀਏ 0 to 0.5 0.75 ਤਾਂ ਹਰੇਕ ਸਟੂਡੈਂਟ ਦੀ ਅਲੱਗ ਅਪਰੋਚ ਹੋਏਗੀ, ਅਲੱਗ ਅਸੀਂ ਵੈਲਿਊ ਫਾਈਂਡ ਕਰ ਦਾਂਗੇ। ਅਸੀਂ ਜਰਨਲੀ ਲੈ ਕੇ ਚੱਲਦੇ ਹਾਂ ਕਿ 0 ਤੋਂ 1 ਨੂੰ ਅਸੀਂ n ਇੰਟਰਵਲ ਦੇ ਵਿੱਚ ਕੀ, n ਸਬ ਇੰਟਰਵਲ ਦੇ ਵਿੱਚ ਕੀ ਕੀਤਾ, ਬ੍ਰੇਕ। ਸੋ ਕਿਵੇਂ ਕਿਹਾ, ਕਹਿੰਦੇ ਬੱਚੇ 0 ਤੋਂ 1 ਜੇ ਅਸੀਂ n ਇੰਟਰਵਲ ਬਣਾਉਣੇ ਆ ਇਕੁਅਲ ਲੈਂਥ ਦੇ, ਤਾਂ ਕੀ ਕਰੋ, 1 - 0 ਡਿਵਾਈਡ ਬਾਈ n, ਤਾਂ 1/n। 1/n ਦੇ ਡਿਫਰੈਂਸ ਦੇ ਨਾਲ ਕੀ ਕਰ ਦਿਓ, ਇਹਦੀ ਪਾਰਟੀਸ਼ਨ, ਪਹਿਲਾਂ 0, ਫਿਰ 1/n, 2/n, 3/n, ਅਪ ਟੂ ਸੋ ਔਨ ਕਰਦੇ ਕਰਦੇ n/n, n ਨਾਲ n ਕੈਂਸਲ ਹੋ ਕੇ ਕਿੰਨਾ ਬਚ ਜਾਣਾ, 1। ਸੋ ਇਹ ਕਿਹਦੀ ਪਾਰਟੀਸ਼ਨ ਹੋ ਗਈ, 0 ਤੋਂ ਲੈ ਕੇ 1 ਇੰਟਰਵਲ ਦੀ ਪਾਰਟੀਸ਼ਨ ਹੋ ਗਈ। ਹੁਣ ਇਸ ਪਾਰਟੀਸ਼ਨ ਦੇ ਸਬ ਇੰਟਰਵਲ ਕਿਹੜੇ ਕਿਹੜੇ ਨੇ ਬੱਚੇ, 0 ਤੋਂ ਲੈ ਕੇ 1/n, 1/n ਤੋਂ ਲੈ ਕੇ 2/n, 2/n ਤੋਂ ਲੈ ਕੇ 3/n, 3/n ਤੋਂ ਲੈ ਕੇ ਅਪ ਟੂ ਸੋ ਔਨ। ਇਸ ਤਰ੍ਹਾਂ ਅਸੀਂ ਇਹਦੇ ਕੀ ਬਣਾ ਲੈਣੇ ਨੇ, ਸਮ ਆਪਣੇ ਕੋਲ ਸਬ ਇੰਟਰਵਲਸ ਬਣਾ ਲੈਣੇ ਨੇ। ਨੈਕਸਟ ਸਟੈਪ ਕੀ ਹੈ ਬੱਚੇ, ਕਹਿੰਦੇ ਜਿਹੜੇ ਸਬ ਇੰਟਰਵਲਸ ਕੱਢੇ ਨੇ ਇਹਨਾਂ ਸਾਰਿਆਂ ਦੇ ਲਈ ਅਸੀਂ ਕੀ ਫਾਈਂਡ ਕਰਨੀ, ਇਹਦੀ ਲੋਅਰ ਬਾਊਂਡ, ਅੱਪਰ ਬਾਊਂਡ, ਲੋਅਰ ਬਾਊਂਡ, ਅੱਪਰ ਬਾਊਂਡ। ਦੇਖੋ fx ਫੰਕਸ਼ਨ ਕੀ ਆ,
इज इक्वल टू एक्स। एक्स आ इसका मतलब बच्चों सेम उही आ जिमें जिहा पॉइंट पर होंगे इनक्रीजिंग वैल्यू जे तुहाडे कोल वैल्यू फंक्शन क्या इनक्रीजिंग फॉर्म च x1 जेकर x2 तो लैस तो फंक्शन की वैल्यू भी की होएगी x1 तो x2 तो लैस होएगी। सो 0 तो 1/5 n दे विचों बच्चे छोटा किहड़ा 0। जो इस फंक्शन 0 भरोगे तो सानू की वैल्यू मिलूगी यदी अनफीमम वैल्यू मिलूगी। जे 1/n भरोगे तो यदी वैल्यू की मिलूगी सुप्रीमम वैल्यू मिलूगी। पर जो बच्चे सारिया पार्टीशन एन सब इंटरवल नहीं कटांगे तो बहुत लेंथी हो चुका तो असी की क्या कहते ये जरनली एक एलीमेंट लिए कर लो क्योंकि फंक्शन बाकियों से भी सेम बिहेव करेगा। तो असी लैट किया कहते ये इसे पार्टीशन दे एक साडे कोल वेरी एक इंटरवल आ किहड़ा K/n तो लैके K-(n)(1) तो n K/n तक क्योंकि बच्चे देखो इसे फॉर्मेट जा रहा 1 सी 2 सी अप टू सो वन इत्थे किते K-1/n पिया होगा फिर अगली टर्म की होएगी K/n। असी वो जरनल जो सब इंटरवल सीगा वो असी पिक कर लिया। हुण इत्थे फंक्शन की वैल्यू देखो जे आ वैल्यू लैस आ तो इत्थे सानू की मिलूगी अनफीमम तो उस अनफीमम नूं असी नाम किहदा दे दांगे स्मॉल mi दा। जे आ वैल्यू वड्डी आ तो इत्थे सानू की मिलेगी सुप्रीमम तो सुप्रीमम नूं असी नाम किहदा दे दांगे कैपिटल M आई का बच्चे जे इतने आई लॉन्ग है तो आई दे लो इतने के लिया तो इतने के मान लो वो एज अ विश जे असी जिहा जिहा इंटरवल लिया जी वैल्यू जिवें हुण इत्थे के नाल असी शो किया तो असी इत्थे स्मॉल M के ते कैपिटल M के ले लिया दैट्स नॉट प्रॉब्लम। कैपिटल M तो स्मॉल m की वैल्यू साडे कोल होगी। हुण करदे हां बच्चों सम फाइंड UPF अल्फा की वैल्यू जो सम इक्वल टू सीगा कैपिटल MI इंटू डेल ऑफ अल्फा आई। नैक्सट देखो कहते सब तो पहला असीं इहदा जरनल कोई इंटरवल लिया K-1/n K/n तो लैके Kth सब इंटरवल है। हुण इहदे उत्ते बच्चे सानूं देखो जो असीं वो समेशन लिखते हैं तो उहदे विच की हुंदा स्मॉल mi इंटू डेल ऑफ अल्फा आई समिशन कैपिटल MI इंटू डेल ऑफ अल्फा आई। तो दोहां दे विच सानूं किहदी लोड़ पैंदी है डेल ऑफ अल्फा आई दी। हुण बच्चे इत्थे के लै रहे हैं तो M ऑफ K कैपिटल M के इत्थे डेल के इत्थे भी हो जाऊगा डेल अल्फा के दी वैल्यू सानूं चाहिए है। तो सब पहला इहदी वैल्यू कढ लैने डेल अल्फा के दी कहते डेल अल्फा के साडे कोल किहदे इक्वल होएगा बच्चे डेल की वैल्यू वैसे सिंपली किहदी हुंदी है फॉरवर्ड डिफरेंस डेल एक्स अल्फा एक्स के माइनस अल्फा एक्स के माइनस 1। देखो फंक्शन की सी अल्फा दे विच जो एक्स वैल्यू पाने तो आंसर की आता एक्स दी स्केयर। हुण एक्स के दा मतलब बच्चे किहड़ा इंटरवल लै रहे हैं साडे कोल K-1/n तो लैके K/n तक। तो आ साडी वैल्यू होएगी बच्चे अल्फा एक्स के माइनस 1 दी ते आ किहदी होएगी एक्स के एक्स के दी। तो इत्थे पहला भरो एक्स के दी थां ते K-1/n दी स्केयर सो यही बनेगा K-1/n दी स्केयर। उस तो बाद जो इत्थे भरोगे बच्चे K/n तो यह बन जाएगा K/n दी स्केयर। तो वैल्यूज़ भरियाँ डेल दी फंक्शन कहते अल्फा एक्स के माइनस अल्फा एक्स के माइनस 1 की आ जाएगा K/n दी होल स्केयर माइनस K-1 दी होल स्केयर। ये क्यों आया बच्चे क्योंकि सानू डिफाइन आ अल्फा एक्स की इक्वल आ एक्स दी स्केयर दे जो जी वैल्यू पाओगे वह स्केयर हो चुका। उस तो बाद बच्चे सॉल्व कर लो एन स्केयर तो कॉमन निकल रहा उपरलिया वैल्यूज़ आई दी स्केयर खोल के माइनस बी दी होल स्केयर का फॉर्मूला खोल के असी ये वैल्यू कढ़ ली डेल अल्फा के दी वैल्यू कि आ गई 1/n 2K माइनस M दे माइनस 1 दे इक्वल आ गई। हुण ये की निकलिया है बच्चे साडे कोल डेल अल्फा के। अजे असी की फाइंड करना स्मॉल m ते कैपिटल M दी वैल्यू आ जिहड़ी वो फाइंड आउट करनी है। स्मॉल m की सीगा जो इहदा विच लोअर आ जो साडे कोल लोअर वैल्यू आ वो ते सानू स्मॉल m दी वैल्यू मिलूगी ते जिहड़ी इहदी वड्डी वैल्यू आ वो ते सानू कैपिटल M दी वैल्यू मिलूगी। सो फंक्शन दे विच x दी प्लेस एक बारी K-1/n पुट कीता देखो बच्चे फंक्शन की सी कहंदा x पाओगे x ही निकल के आएगा तो K-1/n पाओगे तो आंसर क्या आएगा K-1/n K/n पाओगे तो आंसर क्या होगा K/n। हुण UPF अल्फा ते आ जाओ UPF अल्फा की डेफिनेशन की सी बच्चे समिशन K वेरिएशन 1 to n F ऑफ K जो सुप्रीमम ऑफ ਜਾਂ कैपिटल M के वेट बच्चे इनू एम भी लिख सकते हैं कहते UPF अल्फा कि इक्वल सीगा समिशन K वेरिएशन 1 to n कैपिटल MI इंटू डेल अल्फा एक्स के
ਇੱਥੇ ਹੁਣ ਇੱਥੇ ਵੀ ਕੇ ਲਿਖ ਲਓ ਕਿਉਂਕਿ ਕੇ ਦੀ ਸਮੇਸ਼ਨ ਫਾਰਮ ਚੱਲ ਰਹੀ ਹੈ। ਤਾਂ ਕੈਪੀਟਲ ਐਮ ਦੀ ਵੈਲਿਊ ਕਿੰਨੀ ਆਈ ਬੱਚੇ ਕੇ ਅਪੋਨ ਐਨ ਸਬਸਟੀਟਿਊਟ ਕੀਤੀ ਅਤੇ ਡੈਲ ਐਕਸ ਕੇ ਦੀ ਵੈਲਿਊ ਅਸੀਂ ਉੱਪਰ ਕੱਢੀ ਆ 1/n ਸਕੇਅਰ ਕੇ 2k - 1 ਦੋਨੋਂ ਵੈਲਿਊਜ਼ ਨੂੰ ਅਸੀਂ ਨੇ ਕੀ ਕਰਤਾ ਸਮੇਸ਼ਨ ਦੀ ਫਾਰਮ 'ਚ ਵੈਲਿਊ ਨੂੰ ਪੁੱਟ ਕਰਤਾ। ਨੈਕਸਟ ਬੱਚੇ ਕਹਿੰਦੇ ਹੁਣ ਅਸੀਂ ਇਹਦਾ ਸਮੇਸ਼ਨ ਓਪਨ ਕਰਨਾ ਦੇਖਦੇ ਹਾਂ ਇਹਦਾ ਸਮ ਸਾਡੇ ਕੋਲ ਕੀ ਆਉਂਦਾ ਬਟ ਸਮੇਸ਼ਨ ਹੁਣ ਇਸ ਟਰਮ 'ਚ ਤਾਂ ਹੋਊਗਾ ਨਹੀਂ ਤਾਂ ਕੁਛ ਫਾਰਮੂਲੇ ਅਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਸੀਰੀਜ਼ ਦੀ ਸਮ ਦੇ ਫਾਰਮੂਲੇ। ਦੇਖੋ ਬੱਚੇ ਐਨ ਦੇ ਉੱਤੇ ਤਾਂ ਸਮੇਸ਼ਨ ਨਹੀਂ ਲੱਗ ਰਿਹਾ ਕਿਉਂਕਿ ਸਮੇਸ਼ਨ ਦੀ ਵੇਰੀਏਸ਼ਨ ਕਿਹਦੀ ਆ ਕੇ ਦੀ ਵੇਰੀਏਸ਼ਨ ਆ ਐਨ ਤਾਂ ਬਾਹਰ ਆ ਗਿਆ ਸਮੇਸ਼ਨ ਕੇ ਵੇਰੀ 1 to n 2k ਸਕੇਅਰ ਮਾਈਨਸ ਕੇ ਬੱਚੇ ਸਮੇਸ਼ਨ ਤਾਂ ਸੈਪਰੇਟ ਹੋ ਸਕਦਾ ਤਾਂ ਦੋਨਾਂ ਟਰਮ 'ਤੇ ਅਸੀਂ ਸੈਪਰੇਟ ਸਮੇਸ਼ਨ ਲਿਆ। ਉਸ ਤੋਂ ਬਾਅਦ 2 ਕੌਂਸਟੈਂਟ ਇਹ ਵੀ ਬਾਹਰ ਚਲਿਆ ਗਿਆ ਅਤੇ ਇੱਧਰ ਅਸੀਂ ਸਿੰਪਲੀ ਬੱਚੇ ਜਿਹੜੀ ਆ ਸੀਰੀਜ਼ ਆ ਇਹਨੂੰ ਜਦੋਂ ਓਪਨ ਕਰੋਗੇ ਕੀ ਬਣ ਜਾਊਗਾ 1 ਸਕੇਅਰ + 2 ਸਕੇਅਰ + 3 ਸਕੇਅਰ ਅਪ ਟੂ ਸੋ ਔਨ n ਦੀ ਸਕੇਅਰ। ਇਸ ਤਰ੍ਹਾਂ ਦੀ ਸੀਰੀਜ਼ ਜਿਹਦੇ ਵਿੱਚ ਫਸਟ n ਨੰਬਰਸ ਦਾ ਅਸੀਂ ਸਮ ਕਰਨਾ ਹੁੰਦਾ ਤਾਂ ਸਮ ਕਿਹਦੇ ਇਕੁਅਲ ਹੁੰਦਾ n + 1 ਅਪੋਨ 2n + 1 ਅਪੋਨ 6 ਅਸੀਂ ਇਹਦਾ ਸਿੱਧਾ ਫਾਰਮੂਲਾ ਵਿੱਚ ਜਿਹੜਾ ਉਹ ਸਬਸਟੀਟਿਊਟ ਕੀਤਾ। ਉਸ ਤੋਂ ਬਾਅਦ ਜਦੋਂ ਤੁਸੀਂ ਆਹ ਸੀਰੀਜ਼ ਨੂੰ ਖੋਲੋਗੇ ਇਹ ਬਣ ਜਾਊਗਾ 1 + 2 + 3 ਅਪ ਟੂ ਸੋ ਔਨ n ਫਸਟ n ਨੈਚੁਰਲ ਨੰਬਰਸ ਦਾ ਸਮ ਸਾਡੇ ਕੋਲ ਕਿਹਦੇ ਇਕੁਅਲ ਹੁੰਦਾ n + 1/2 ਦੋਨਾਂ ਦੀ ਵੈਲਿਊ ਸਬਸਟੀਟਿਊਟ ਕੀਤੀ ਕਟਿੰਗ ਕੀਤੀ ਵਿੱਚ n ਦੀਆਂ ਪਾਵਰਸ ਨੂੰ ਕਾਮਨ ਕੱਢ ਕੇ ਤਾਂ ਸਾਡੇ ਕੋਲ ਲਾਸਟ 'ਤੇ ਆ ਜਿਹੜੀ ਆਹ ਵੈਲਿਊ ਬਚਦੀ ਆ n ਨੂੰ ਕਟਿੰਗ ਵਗੈਰਾ ਕਰਨ ਤੋਂ ਬਾਅਦ। ਹੁਣ ਜਦੋਂ ਅਸੀਂ ਇੰਟੈਗਰਲ ਕਰਨਾ ਬੱਚੇ ਇਹ ਹੋ ਗਿਆ ਸਾਡੇ ਕੋਲ ਸਮ ਹੁਣ ਅੱਗੇ ਕੀ ਸੀ ਅਪਰ ਰਾਈਮਨ ਇੰਟੈਗਰਲ ਤਾਂ ਜਿਹੜਾ ਸਮ ਆਇਆ ਇਹਦੇ ਵਿੱਚ n ਨੂੰ ਅਪਰੋਚ ਕਰ ਦਿਓ ਇਨਫਿਨਿਟੀ ਨੂੰ ਕਿਉਂਕਿ ਇਹਦਾ ਕੀ ਕਰਨਾ ਅਸੀਂ ਇਹਨੇ ਸੁਪਰੀਮਮ ਇਨਫੀਮਮ ਵੈਲਿਊ ਫਾਈਂਡ ਕਰਨੀ ਹੈ ਤਾਂ n ਨੂੰ ਕਿਹਨੂੰ ਅਪਰੋਚ ਕਰ ਦਿਓ ਇਨਫਿਨਿਟੀ ਨੂੰ। ਜਦੋਂ ਇਨਫਿਨਿਟੀ ਨੂੰ ਅਪਰੋਚ ਕਰਾਂਗੇ ਬੱਚੇ 1/∞ 0 1/∞ 0 1/∞ 0 ਆਹ ਟਰਮਸ ਖਤਮ ਸਿਰਫ ਕੀ ਬਚੇਗਾ 1 × 2/3 ਤਾਂ ਸਾਡੇ ਕੋਲ ਅਪਰ ਰਾਈਮਨ ਸਟੈਲਜਸ ਸਮ ਇੰਟੈਗਰਲ ਦੀ ਵੈਲਿਊ ਕਿੰਨੀ ਆ ਗਈ 2/3। ਸਿਮਿਲਰ ਬੱਚੇ ਅਸੀਂ ਕਿਹਦੀ ਫਾਈਂਡ ਕਰਾਂਗੇ LF ਐਲਫਾ ਦੀ ਵੈਲਿਊ ਫਾਈਂਡ ਕਰਾਂਗੇ ਉਹਦੇ ਵਿੱਚ ਕੀ ਲਿਖਣਾ ਸਮੇਸ਼ਨ ਕੇ ਵੇਰੀਏਸ਼ਨ 1 to m ਸਮਾਲ m k ਡੈਲ k ਸਮਾਲ m k ਦੀ ਵੈਲਿਊ ਸਾਡੇ ਕੋਲ ਕਿੰਨੀ ਆਈ ਆ k - 1 ਅਪੋਨ n k - 1 ਅਪੋਨ n ਸਬਸਟੀਟਿਊਟ ਕੀਤਾ ਬੱਚੇ ਡੈਲ ਐਕਸ ਕੇ ਦੀ ਵੈਲਿਊ ਸਬਸਟੀਟਿਊਟ ਕੀਤੀ n ਤਾਂ ਕਾਮਨ ਨਿਕਲਿਆ ਕਿਉਂਕਿ ਇਹਦੇ ਉੱਤੇ ਸਮੇਸ਼ਨ ਨਹੀਂ ਹੈਗਾ ਤਾਂ ਬਾਹਰ ਲੈ ਜਾਓ ਜਿਹੜੀਆਂ ਟਰਮਸ ਬਚੀਆਂ ਉਹਨਾਂ ਨੂੰ ਅੰਦਰ ਲਿਖ ਲਓ ਬੱਚੇ k ਦੀ -1 ਦੀ ਅੰਦਰ ਪ੍ਰੋਡਕਟ ਕੀਤੀ ਉਸ ਤੋਂ ਬਾਅਦ ਆਹ ਵੈਲਿਊ ਬਣਦੀ ਆ ਫਿਰ ਅੱਗੇ -3 ਕੇ ਆ ਗਿਆ +1 ਸਮੇਸ਼ਨ ਸੈਪਰੇਟ ਕਰ ਦਿਓ ਜਦੋਂ ਇਹਦਾ ਸਮੇਸ਼ਨ ਸੈਪਰੇਟ ਕਰੋਗੇ ਵਿੱਚ ਇਹ ਹੋਏਗਾ k 1 ਤੋਂ ਲੈ ਕੇ n 2k ਸਕੇਅਰ ਮਾਈਨਸ ਸਮੇਸ਼ਨ k ਵੇਰੀਏਸ਼ਨ 1 to n 3 of k ਪਲੱਸ ਸਮੇਸ਼ਨ 1 ਬੱਚੇ ਦੇਖੋ 2 ਤਾਂ ਬਾਹਰ k ਸਕੇਅਰ 1 ਸਕੇਅਰ + 2 ਸਕੇਅਰ ਅਪ ਟੂ ਸੋ ਔਨ n ਸਕੇਅਰ ਫਸਟ n ਨੈਚੁਰਲ ਨੰਬਰ ਦੀ ਸਕੇਅਰ ਦਾ ਸਮ ਕਿਹਦੇ ਇਕੁਅਲ n + 1 2n + 1 ਅਪੋਨ 3 ਦੇ ਫਸਟ n ਨੈਚੁਰਲ ਨੰਬਰਸ ਦਾ ਸਮ n + 1 ਅਪੋਨ 2 ਦੇ ਤਾਂ ਸਾਰੇ ਫਾਰਮ ਜੇ ਵਿੱਚ 1 ਨੂੰ ਅਸੀਂ n ਟਾਈਮ ਐਡ ਕਰਾਂਗੇ ਤਾਂ ਆਨਸਰ ਕਿੰਨਾ ਆਊਗਾ n 1 ਨੂੰ ਅਸੀਂ ਨੇ n ਟਾਈਮਸ ਐਡ ਕਰ ਰਹੇ ਹਾਂ ਸਮੇਸ਼ਨ ਬੱਚੇ ਇੱਥੇ x k ਦੀ ਵੇਰੀਏਸ਼ਨ ਨਹੀਂ ਹੈਗੀ ਹਾਂਜੀ k ਦੀ ਕੋਈ ਵੇਰੀਏਸ਼ਨ ਨਹੀਂ ਹੈਗੀ ਤਾਂ ਸਿੰਪਲੀ ਇਹਨੂੰ ਅਸੀਂ 1 ਰੱਖਿਆ ਅਤੇ ਕਿਉਂਕਿ ਇਹਦੇ ਉੱਤੇ ਤਾਂ ਲੋੜ ਨਹੀਂ ਬੱਚੇ ਸਮੇਸ਼ਨ ਅਪਲਾਈ ਕਰਨ ਦੀ ਤਾਂ ਅੰਦਰ ਪ੍ਰੋਡਕਟ ਕਰਦੀ ਹੁਣ ਉਸ ਤੋਂ ਬਾਅਦ ਜਦੋਂ ਸੋਲਵ ਕੀਤਾ ਐਂਡ 'ਤੇ ਅਗੇਨ ਲਿਮਿਟ ਨੂੰ ਅਪਰੋਚ ਕਰਾ ਦਿਓ ਇਨਫਿਨਿਟੀ ਨੂੰ ਤਾਂ ਆਨਸਰ ਕੀ ਆ ਜਾਏਗਾ 2/3 ਦੇਖੋ ਜਿਹੜਾ ਅਪਰ ਸੀਗਾ ਅਤੇ ਜੋ ਸਾਡੇ ਕੋਲ ਲੋਅਰ ਇੰਟੈਗਰਲ ਸੀਗਾ ਦੋਨਾਂ ਦੀ ਵੈਲਿਊ ਕਿੰਨੀ ਆ ਰਹੀ ਆ 2/3 ਜੇ ਦੋਨੋਂ ਵੈਲਿਊ ਸੇਮ ਨੇ ਅਸੀਂ ਕੀ ਕਿਹਾ ਫੰਕਸ਼ਨ ਕੀ ਹੋਏਗਾ ਰਾਈਮਨ ਸਟੈਲਜਸ ਇੰਟੈਗਰਲ ਹੋਏਗਾ ਸੋ ਦਿਸ ਇੰਪਲਾਈ ਸਾਡਾ ਫੰਕਸ਼ਨ ਹੈ ਕਿ ਜਿਹੜਾ f(x) ਇਕੁਅਲ ਟੂ f(x) ਇਜ਼ ਇਕੁਅਲ ਟੂ x ਵਿਦ ਰਿਸਪੈਕਟ ਟੂ ਐਲਫਾ x ਕੀ ਆ ਇੱਕ ਰਾਈਮਨ ਸਟੈਲਜਸ ਇੰਟੈਗਰਲ ਆ ਹੋਪ ਸੋ ਇੱਥੇ ਤੱਕ ਤੁਹਾਡੇ ਕੋਲ ਕੋਈ ਡਾਊਟ ਨਹੀਂ ਹੋਏਗਾ ਜੇ ਹੋਏਗਾ ਬੱਚੇ ਉਹਨੂੰ ਤਾਂ ਰਿਵਾਈਂਡ ਕਰਕੇ ਜਿੱਥੇ ਕੋਈ ਡਾਊਟ ਹੋਵੇ ਉਹਨੂੰ ਦੁਬਾਰਾ ਸਮਝ ਲਏ। ਨੈਕਸਟ ਹੁਣ ਦੇਖਦੇ ਹਾਂ ਇਹਦੇ ਕੁਛ ਥਿਓਰਮਸ ਇਹਦੇ ਕੁਛ ਰਿਜ਼ਲਟ ਕਹਿੰਦੇ ਫਸਟ ਆਰਟੀਕਲ ਸਾਡੇ ਕੋਲ ਇਫ ਪੀ ਸਟੈਰਿਕ ਇਜ਼ ਅ ਰਿਫਾਈਨਮੈਂਟ ਆਫ ਅ ਪੀ ਬੱਚੇ ਰਿਫਾਈਨਮੈਂਟ ਦੀ ਡੈਫੀਨੇਸ਼ਨ ਪੜ੍ਹੀ ਆ ਕਹਿੰਦੇ ਪੀ ਕੀ 'ਚ ਕੰਟੇਨ ਕਰਦੀ ਹੋਏਗੀ ਆਪਣੀ ਰਿਫਾਈਨਮੈਂਟ ਪੀ ਛੋਟਾ ਪੀ ਸਟੈਰਿਕ ਵੱਡਾ ਦੈਨ LP(F alpha) ਇਜ਼ ਲੈਸ ਦੈਨ LP ਸਟੈਰਿਕ F alpha ਕਹਿੰਦੇ ਬੱਚੇ ਜਿਹੜਾ LP(F alpha) ਹੋਏਗਾ ਉਹ ਸਾਡੇ ਕੋਲ ਰਿਫਾਈਨਮੈਂਟ ਦੀ LP(F alpha) ਤੋਂ ਕੀ ਹੋਏਗਾ ਛੋਟਾ ਬਟ ਜਿਹੜੀ UP(F alpha) ਹੋਏਗੀ ਉਹ ਕੀ ਤੋਂ ਛੋਟੀ ਹੋਏਗੀ UP(F alpha) ਤੋਂ ਮਤਲਬ ਰਿਫਾਈਨਮੈਂਟ ਦੀ ਜਿਹੜੀ ਸਾਡੇ ਕੋਲ UP(F) ਆ ਉਹ ਸਿੰਪਲ ਪਾਰਟੀਸ਼ਨ ਤੋਂ ਛੋਟੀ ਆ ਬਟ ਜਿਹੜੀ LP(F alpha) ਉਹ ਪਾਰਟੀਸ਼ਨ ਦੀ ਰਿਫਾਈਨਮੈਂਟ ਦੀ LP(F) ਤੋਂ ਕੀ ਆ ਛੋਟੀ ਹੈ ਇਹ ਚੀਜ਼ ਆਹ ਦੋਨੋਂ ਇਨਕੁਆਲਿਟੀਜ਼ ਸਿੱਧਾ ਬੱਚੇ ਕਹੀਏ ਤਾਂ ਦੋ ਇਨਕੁਆਲਿਟੀਜ਼ ਅਸੀਂ ਨੇ ਕੀ ਕਰਨੀਆਂ ਨੇ ਪ੍ਰੂਵ ਕਰਨੀਆਂ ਨੇ ਫਸਟ ਅਤੇ ਸੈਕਿੰਡ ਇਨਕੁਆਲਿਟੀ ਦੇਖੋ ਸਭ ਤੋਂ ਪਹਿਲਾਂ ਤਾਂ ਬੱਚੇ ਸਾਨੂੰ ਕੋਈ ਹੁਣ ਇੱਥੇ ਰਿਫਾਈਨਮੈਂਟ ਚਾਹੀਦੀ ਆ ਕੋਈ ਪਾਰਟੀਸ਼ਨ ਚਾਹੀਦੀ ਆ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਕੋਈ ਪਾਰਟੀਸ਼ਨ ਲੈ ਲਈ ਪੀ ਕਹਿੰਦੇ ਪੀ ਕੋਈ ਪਾਰਟੀਸ਼ਨ ਆ
किस इंटरवल दी A to B इंटरवल दी कोई A B इंटरवल ले लिया तो वो पार्टीशन किस तरह x0 जिहदी इक्वल है बच्चों A दे फिर x1 अप टू सोन x2 करते करते असीं xn तक चले गए विच इज़ इक्वल टू B पार्टीशन P तो एक P स्टैरिक रिफाइनमेंट लै ली जिहदे विच बच्चे A तो सिर्फ एक एलीमेंट ज़्यादा पाया A इज़ इक्वल टू x0 x1 इत्थे विच किते असीं x एलीमेंट ज़्यादा पाता जां x स्टैरिक कह लो कि x स्टैरिक एलीमेंट ज़्यादा पाता बाकी सारे एलीमेंट्स नूं असीं उवें ही रखिया हुण बच्चे जेकर साडे कोल इहदे विचों P दे नालों P स्टैरिक च एक एलीमेंट ज़्यादा तो इसका मतलब P स्टैरिक की होगी P दी रिफाइनमेंट होगी क्योंकि तो वड्डी होगी हुण उस तो बाद देखो बच्चे जिहड़ी X स्टैरिक असीं ऐड कीती है कुछ इस तरह करियो कि जिहड़ी साडे कोल X I -1 आ ते जिहड़ी X ऑफ I है ये उन्हां दोहां वैल्यूज़ दे विच किते लाई करदी होवे स्टैरिक इस तरह दे नाल हुण की आ बच्चे कहंदे इन्हां दे जिहड़ा आ दोहां दे विच डिफरेंस होगा जां इन्हां आ सब इंटरवल दे विच जिहड़ी साडे कोल इनफीमम एग्जिस्ट करदी होगी असीं पिछे समझ चुके हैं इनफीमम सुप्रीमम की आ कोई सब इंटरवल दे विच जिस पॉइंट ते सानू वैल्यू की मिलदी है छोटी वैल्यू मिलदी है उहनूं असीं की मान लैने आ उहदी इनफीमम जिस पॉइंट ते सानू वड्डी वैल्यू मिलदी है वो पॉइंट साडे कोल वो वैल्यू साडे कोल की हुंदी आ सुप्रीमम वैल्यू तो असीं सब इंटरवल लिया XI -1 तो लैके X स्टैरिक तक जे इस दोनों पॉइंट चो बच्चे जो सानू लोअर वैल्यू मिलेगी छोटी वैल्यू मिलेगी असीं उहनूं किहदे नाल रिप्रजेंट करता स्मॉल W1 दे नाल ते जिहड़ी इस इंटरवल ते वड्डी वैल्यू मिलेगी उहनूं असीं कैपिटल W1 दे नाल रिप्रजेंट किया इस तरह अगला सब इंटरवल लिया X स्टैरिक तो लैके X ऑफ I तक जिहड़ी इस सब इंटरवल दे विच साडे कोल छोटी वैल्यू मिलेगी असीं उहनूं रिप्रजेंट करता बच्चे M2 दे नाल W2 दे नाल सॉरी एंड जिहड़ी साडे कोल इह सुप्रीमम वैल्यू मिलेगी जो वड्डी वैल्यू मिलेगी असीं उहनूं किहदे नाल रिप्रजेंट करता कैपिटल W2 दे नाल ये अगे हो गया साडियां कुछ वैल्यूज़ जो असीं ने अज्यूम कीतियां ने ये वालियां बच्चे जो बोल चुके हैं कहते जिहड़े सब इंटरवल्स होणगे उन्हां दे विच जिहड़ियां इनफीमम सुप्रीमम्स होणगीਆਂ उन्हां नूं इस तरह लैट कीता देखो अगेन समझो साडे कोल आ जिहड़ा बच्चे X स्टैरिक आ ते आ साडे कोल XI -1 आ साडे कोल X ऑफ I आ जिहड़ी आ कल्ले इंटरवल ते सी बच्चे XI -1 तो लैके XI तक इहदी जिहड़ी इनफीमम सीगी मान लो इस ये मन्नी हुई आ M ऑफ I सब जिहड़ी इंटरवल सी उते जिहड़ी इनफीमम निकलनी सी जदों पार्टीशन नहीं सीगी स्टैरिक उदों ही MI सी ते जदों इहदी कैपिटल सीगी जिहड़ी वो MI बच्चे हुण जदों ये सब इंटरवल आ गया असीं इहदे उत्ते दो कढ लए एक तां स्मॉल W1 स्मॉल W2 इनफीमम एक कैपिटल W1 ते कैपिटल W2 इहदियां सुप्रीमम देखो इनफीमम जिहड़ी पहलां सी वो तो अजे भी इनफीमम आ बच्चे इन्हां दोहां तो अजे भी छोटी आ ते जिहड़ी इन्हां दी जिहड़ी साडे कोल सुप्रीमम सी वो अजे भी इन्हां दोहां तो की आ वड्डी आ अजे भी सुप्रीमम आ तां एक रिजल्ट होर बना सकते हैं कि जिहड़ी MI आ वो W1 तो भी छोटी आ W2 तो भी छोटी आ ते जिहड़ी साडे कोल कैपिटल MI आ W1 तो भी वड्डी आ ते W2 तो भी वड्डी आ ये तो सीगे साडियां जिहड़ियां डिफाइनमेंट्स जो असीं करनियां सीगियां सम पार्टीशन लैनी सी उहदी रिफाइनमेंट लैनी सी हुण आ जाओ रिजल्ट ते रिजल्ट की प्रूव करना बच्चे कहंदा LPF अल्फा की तो लैस प्रूव कराना LP स्टैरिक F अल्फा तो प्रूव करना जे असीं ये प्रूव करा दईए कि LPF अल्फा माइनस LP स्टैरिक F अल्फा ये लैस दैन 0 तो साडा काम हो जाएगा बच्चे सो असीं की कीता इन्हां दे इत्थों स्टार्ट कीता LPF अल्फा माइनस LF स्टैरिक F अल्फा तो इहनूं हुण प्रूव कराउणा लैस दैन 0 हुण जदों बच्चे असीं LPF की वैल्यू की गल कीती कहंदे LPF तां किहदे इक्वल हुंदा साडे कोल समीशन ऑफ I वेरिएशन 1 to N स्मॉल MI इंटू डेल ऑफ अल्फा I ये इक्वल हुंदा तां बच्चे जिहड़ा LP स्टैरिक अल्फा F आ ये पार्टीशन रिफाइनमेंट इहदी जिहड़ी पार्टीशन है वो की सीगी साडे कोल X0 X1 मैनूं लगदा मैं रिजल्ट बच्चे पुट्ठा लिख गई सीगी तो एक बारी रीचैक कर लिओ असीं ये प्रूव कराउणा LPF अल्फा माइनस LP स्टैरिक अल्फा लैस दैन 0 लैस दैन इक्वल टू 0 बट जे इनू रिवर्स कर दोगे नैगेटिव कॉमन कर लोगे तो ये प्रूव कराउणा कि F स्टैरिक F अल्फा माइनस LPF अल्फा ये ग्रेटर दैन इक्वल टू होना चाहिए 0 पिछे देख के बच्चे उन्होंने एडजस्ट कर लिओ की बोलिया सी मैं हुण LP स्टैरिक F अल्फा बच्चे इहदी वैल्यू देखते हैं कि ये साडे कोल पॉजिटिव आ रही है जां नहीं देखो LPF असीं वही क्या कहते समीशन की फॉर्म च किहड़ा समीशन स्मॉल
आई वेरीएशन 1 to m small mi into del of alpha i। बच्चे आई नूं भर दो, पहला 1 m1 del alpha 1 m2 del alpha 2 m3 अप टू सो ऑन। बच्चे हुण इहदी जिहड़ी रिफाइनमेंट आ उहदे विच असीं की किया किते स्टैरिक आ, स्टैरिक तो मूरला पॉइंट की होगा एक्स आई -1 ते पिछला पॉइंट की होगा एक्स ऑफ आई। तो एक वैल्यू नूं असीं लै लिया small m i जिहड़ी एक्स आई -1 पॉइंट ते होगी m i -1 del एल्फा आई -1। फिर अगले पॉइंट ते इनफीमम असीं लई हुई आ की आ W1, उहदे लई असीं डेल दी वैल्यू नूं ओपन करता, फिर W2 आ, फिर उहदे लई वैल्यू नूं ओपन करता, फिर बाकी सारिया वैल्यूज़ नूं एवें लिख लिया एन तक। फिर बच्चे LPF अल्फा दी वैल्यू भरी, अगेन आ इहदे विच m1 del alpha 1 m2 del alpha 2 m3 del alpha 3। इहदे विच तां हुण किते स्टैरिक नहीं हैगा, तां सिंपली सारिਆਂ ਨੂੰ लिख ਦਾਂਗੇ। ਹੁਣ ਇਹਦੇ ਮੂਰੇ ਨੈਗੇਟਿਵ ਹੋਣ ਦੇ ਕਰਕੇ ਵਿੱਚ ਸਾਰੀਆਂ ਵੈਲਿਊਜ਼ ਨੈਗੇਟਿਵ ਆ ਰਹੀਆਂ ਨੇ, ਤਾਂ ਦੇਖੋ ਕੁਝ ਟਰਮਸ ਇਹੋ ਜਿਹੀਆਂ ਨੇ ਜੋ ਕੈਂਸਲ ਹੋ ਜਾਣਗੀਆਂ, ਕੈਂਸਲ ਹੋ ਗਈਆਂ ਵਿੱਚ। ਕੈਂਸਲ ਹੋਣ ਤੋਂ ਬਾਅਦ ਸਾਡੇ ਕੋਲ ਸਿਰਫ ਉੱਪਰੋਂ ਤਿੰਨ ਟਰਮਸ ਬਚਣਗੀਆਂ, ਇੱਕ ਤਾਂ W1 ਵਾਲੀ ਟਰਮ, ਇੱਕ W2 ਵਾਲੀ ਟਰਮ ਅਤੇ ਇੱਕ ਸਾਡੇ ਕੋਲ MI ਵਿੱਚ MI ਵਾਲੀ ਵੈਲਿਊ, ਆਹ ਵਾਲੀ ਵੈਲਿਊ ਆਈ ਥਿੰਕ ਮੈਂ ਆਹ ਵਾਲੀ ਵੈਲਿਊ ਇਹ ਤੋਂ ਬਾਅਦ ਆਏਗੀ ਜਿਹੜੀ, ਉਹ ਵਾਲੀ ਵੈਲਿਊ ਲਿਖਾਂਗੇ। ਇੱਥੇ ਆਏਗਾ MI इंटू del ऑफ एल्फा XI, वो वैल्यू आ जाएगी बच्चे। तीन वैल्यू साडे कोल बचणगीਆਂ। उस तो बाद ਜਿਹੜੀਆਂ ਤਿੰਨ ਵੈਲਿਊਜ਼ ਬਚੀਆਂ ਨੇ ਬੱਚੇ, ਹੁਣ ਇਹਨੂੰ ਥੋੜ੍ਹਾ ਜਿਹਾ ਸਾਨੂੰ ਐਡਜਸਟਮੈਂਟ ਕਰਨੀ ਪੈ ਗਈ ਤਾਂ ਜੋ ਕਾਮਨ ਕੱਢ ਕੇ ਸਾਨੂੰ ਕੋਲ ਪੋਜ਼ੀਟਿਵ ਵੈਲਿਊ। ਦੇਖੋ ਆਹ ਟਰਮ ਪੂਰੀ ਆ, ਆਹ ਟਰਮ ਪੂਰੀ ਆ, ਹੁਣ ਇਸ MI ਨੂੰ ਅਸੀਂ ਯੂਜ਼ ਕਰਨਾ, ਤਾਂ ਜਿਹੜੀ ਇਹਦੇ ਵਿੱਚ ਇਹਦਾ ਕੋਫੀਸ਼ੀਐਂਟ ਪਿਆ ਉਹਦੇ ਵਿੱਚ ਕੀ ਕਰੋ, ਇੱਕ ਐਲਫਾ XI ਸਟੈਰਿਕ ਐਡ ਕਰ ਦਿਓ ਅਤੇ ਸਬਟਰੈਕਟ ਕਰ ਦਿਓ, ਐਡ ਐਲਫਾ X ਸਟੈਰਿਕ ਐਂਡ ਸਬਟਰੈਕਟ ਐਲਫਾ ਸਟੈਰਿਕ। ਹੁਣ ਇਹਨੂੰ ਬੱਚੇ ਸੈਪਰੇਟ ਕਰ ਲਓ, ਜਿਹੜੀ ਰਿਕੁਆਇਰਮੈਂਟ ਹੈ। ਇੱਕ ਵਾਰੀ ਸਾਨੂੰ ਐਲਫਾ ਸਟੈਰਿਕ ਨਾਲ XI -1 ਚਾਹੀਦਾ, ਤਾਂ ਇੱਕ ਵਾਰੀ ਬੱਚੇ ਕੀ ਲੈ ਲਓ, ਆਹ ਵਾਲੀਆਂ ਦੋ ਵੈਲਿਊਜ਼ ਨੂੰ ਇਕੱਠਾ ਲੈ ਲਓ। ਇੱਕ ਵਾਰੀ ਐਲਫਾ XI ਦੇ ਨਾਲ ਐਲਫਾ ਸਟੈਰਿਕ ਚਾਹੀਦਾ, ਤਾਂ ਦੋ ਵੈਲਿਊ ਨੂੰ ਇਕੱਠਾ ਲੈ ਲਓ, ਤਾਂ ਸੈਪਰੇਟ ਕਰਤੇ। MI ਨੂੰ ਇੱਕ ਵਾਰੀ ਫਸਟ ਪੇਅਰ ਨਾਲ, MI ਨੂੰ ਇੱਕ ਵਾਰੀ ਸੈਕਿੰਡ ਪੇਅਰ ਨਾਲ। ਕੋਫੀਸ਼ੀਐਂਟ ਬੱਚੇ ਸੇਮ ਨੇ, ਕਾਮਨ ਕਰ ਲਓ, WI ਮਾਈਨਸ W1 माइनस M ऑफ I, W2 माइनस M ऑफ I। देखो बच्चे ऊपर की किया, कहना MI की तो छोटा, W1 तो छोटा। इसका मतलब जे W1 माइनस MI हो जाऊगा तो की तो बड़ा हो गया, 0 तो बड़ा हो गया। आ वैल्यू ग्रेटर दैन इक्वल टू 0 आ वैल्यू भी ग्रेटर दैन इक्वल टू 0 आ। बच्चे आ बिच जिहड़ियां वैल्यू पईयां ने, तो मोनोटोन इनक्रीजिंग आ, ये भी ग्रेटर दैन इक्वल टू 0 आ। सारियां वैल्यू ग्रेटर दैन इक्वल टू 0 ने, दिस इंप्लाई साडे कोल आंसर की आ गया ग्रेटर दैन इक्वल टू 0। तो जिहदे इक्वल चल रही ने वो वैल्यूज़ भी की आ गई ग्रेटर दैन इक्वल टू 0। हैंस अवर जो रिजल्ट सीगा वो की हो गया प्रूफ, क्योंकि जे एक ग्रेटर दैन इक्वल टू 0 नैगेटिव उधर जाके पॉजिटिव हो जाऊगा, तो LP F स्टैरिक F अल्फा की तो बड़ा हो जाऊगा, LPF अल्फा तो बड़ा हो जाएगा। सिमिलर यही प्रोसैस असी दोबारा करांगे बच्चे UPF दे लई, बट उत्थे स्मॉल m की थां ते असी की लै लांगे कैपिटल M दे नाल इहनूं यूज़ करके सॉल्व करांगे। तो देखोगे उहदे विच भी अगेन साडे कोल ग्रेटर वैल्यू आ रही है, एक बार चैक कर लो। सेम असी यही चीज़ असी प्रूव कर सकते हैं। नैक्सट हैगा बच्चे साडे कोल 14 आर्टिकल, प्रूव दैट इंटैग्रल माइनस A to B F D अल्फा लैस दैन A to B F ऑफ D अल्फा। मतलब बच्चे असीं ये प्रूव कराउणा कि जिहड़ा लोअर राइमन स्टैलजस इंटैग्रल होएगा वो अपर राइमन स्टैलजस इंटैग्रल तो की होएगा, छोटा होएगा हमेशा ही। ये चीज़ नूं असीं ने प्रूव कराउणा। देखो बच्चे जिहड़ा हुण उपर रिजल्ट कीता उहदे विच असीं ने की किया, कहंदे जदों एक कोई P आ उहदी कोई रिफाइनमेंट आ P स्टैरिक, तो असी ये लिए की किया, कहते जी यदि LPF होएगी, LPF वो रिफाइनमेंट की LPF तो की होएगी, छोटी होएगी। तो जी साडे कोल इहदी UPF आ बच्चे वो साडे कोल रिफाइनमेंट की UPF तो की होएगी, बड़ी होएगी। ये दो रिजल्ट असीं ने की करके हटे हुणे प्रूव करके हटे अबब आर्टिकल। हुण इन्हां दा यूज़ करांगे बच्चे। देखो जी LPF हुंदी आ, LPF ये की हुंदी आ साडे कोल लोअर बाउंड। लोअर बाउंड दे विचों भी साडे कोल की कह लो बच्चे जिहड़ियां अपने कोल सम निकले ने उन्हां दियां इनफीमम फंक्शन दी इनफीमम वैल्यू, जे इनफीमम आ इसका मतलब बच्चे सुप्रीमम वैल्यू तो हमेशा ही छोटी रहूगी। तो हुण इत्थों की असीं बना सकते हैं, देखो आ पार्टीशन तो आ पार्टीशन सेम आ, तो इधर लै लो मान लो आ P पार्टीशन की गल कर रहा, ये P2 पार्टीशन की गल कर रहा। तो असीं इन्हां दोनों इक्वालिटीज़ नूं कंबाइन करके एक रिजल्ट बना सकते हैं कि कहंदे जिहड़ी P1 पार्टीशन आ रिफाइनमेंट तो उहदी L छोटी होएगी LPF, तो अगे जिहड़ा आ LPF मतलब इनफीमम आ, और इनफीमम अपनी सुप्रीमम तो हमेशा छोटी होएगी, छोटी है जी। फिर आ जिहड़ी रिफाइनमेंट की UPF अल्फा की तो छोटी है, UPF अल्फा तो छोटी है। दिस इंप्लाइज बच्चे आ दो रिजल्टां नूं छड्ड के
ਅਸੀਂ ਫਸਟ ਤੋਂ ਫੋਰਥ ਵੀ ਇੰਪਲਾਈ ਕਰ ਸਕਦੇ ਹਾਂ। ਇਸ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ LP1 F ਐਲਫਾ ਕੀ ਤੋਂ ਲੈਸ ਹੋਏਗਾ, UP2 F ਐਲਫਾ ਤੋਂ ਛੋਟਾ ਹੋਏਗਾ। ਦੇਖੋ ਜਿਹੜਾ LP F ਐਲਫਾ ਇਹਦਾ ਮਤਲਬ ਅਸੀਂ ਕੀ ਕਿਹਾ ਸੀ, ਕਹਿੰਦੇ ਸਾਰਿਆਂ ਦਾ ਸਮ ਕੀਤਾ ਸੀ। ਬੱਚੇ ਜੇ ਇਸ LP F ਐਲਫਾ ਦੀ ਹੁਣ ਇਹ ਸਾਰੀਆਂ ਪਾਰਟੀਸ਼ਨ ਦੇ ਲਈ ਹੋਲਡ ਕਰਦਾ, ਹਮੇਸ਼ਾ ਹੀ ਸਾਡੇ ਕੋਲ ਇਨਫੀਮਮ ਆ ਜਿਹੜੀ ਇਹ ਸੁਪਰੀਮਮ ਤੋਂ ਛੋਟੀ ਰਹੂਗੀ, ਹਾਂਜੀ ਰਹੂਗੀ। ਜਦੋਂ ਬੱਚੇ ਫਿਰ ਇਨਫੀਮਮ ਦਾ ਤੁਸੀਂ ਇੰਟੀਗ੍ਰੇਸ਼ਨ ਕਰੋਗੇ, ਮਤਲਬ ਜਿਹੜੀ ਇਹਦੀ ਵੈਲਿਊ ਆਊਗੀ ਲੋਅਰ ਇੰਟੈਗਰਲ ਦਾ ਸਾਡੇ ਕੋਲ ਲੋਅਰ ਸਮ ਦਾ ਇੰਟੈਗਰਲ ਕਰਕੇ ਉਹ ਵੀ ਤਾਂ ਫਿਰ ਛੋਟੀ ਰਹੂਗੀ ਇਹ ਤੋਂ। ਤਾਂ ਅਸੀਂ ਲਿਖਿਆ ਕਹਿੰਦੇ ਜਿਹੜਾ A to B ਰਾਈਮਨ ਲੋਅਰ ਰਾਈਮਨ ਇੰਟੈਗਰਲ ਹੋਏਗਾ ਉਹ UPF ਤੋਂ ਵੱਡਾ ਛੋਟਾ ਹੋਏਗਾ। ਅੱਗੇ ਬੱਚੇ ਜਿਹੜਾ UPF ਆ ਉਹ ਦੇਖੋ ਅਸੀਂ ਕਿਹਾ ਹਰੇਕ ਪਾਰਟੀਸ਼ਨ ਲਈ, ਇਸ ਦਾ ਮਤਲਬ ਹਰੇਕ ਪਾਰਟੀਸ਼ਨ ਦੇ ਲਈ ਸੁਪਰੀਮਮ ਇਹ ਤੋਂ ਵੱਡਾ ਹੀ ਹੋਏਗਾ। ਤਾਂ ਇਹਦੇ ਮੂਹਰੇ ਜਦੋਂ ਅਸੀਂ ਸੁਪਰੀਮਮ ਲਿਆ, ਗ੍ਰੇਟੈਸਟ ਲੋਅਰ ਬਾਊਂਡ ਦਾ ਮਤਲਬ ਵੀ ਬੱਚੇ ਇਹੀ ਆ, ਕਹਿੰਦੇ ਗ੍ਰੇਟੈਸਟ ਲੋਅਰ ਬਾਊਂਡ ਇਨਫੀਮਮ ਕਿਉਂ ਇਨਫੀਮਮ ਲੈ ਰਹੇ ਹਾਂ ਅਸੀਂ, ਕਿਉਂਕਿ ਵਿੱਚ ਅਸੀਂ ਕਿਹਾ ਕਹਿੰਦਾ A to B ਇੰਟੈਗਰਲ ਕਿਹਦੇ ਇਕੁਅਲ ਹੁੰਦਾ, ਇਨਫੀਮਮ ਆਫ ਆਲ UF ਐਲਫਾ ਇਹਦੇ ਇਕੁਅਲ ਹੁੰਦਾ। ਤਾਂ ਕਰਕੇ ਅਸੀਂ ਜਦੋਂ ਇਹਦਾ ਇਨਫੀਮਮ ਲਵਾਂਗੇ ਬੱਚੇ, ਪਹਿਲਾਂ ਹੀ ਸਾਰੀਆਂ ਵੱਡੀਆਂ ਵੈਲਿਊਜ਼ ਨੇ UP ਪਾਰਟੀਸ਼ਨ 'ਤੇ P1 'ਤੇ P2 'ਤੇ, ਤਾਂ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਛੋਟੀ ਉਹ ਵੀ ਇਸ ਇੰਟੈਗਰਲ ਤੋਂ ਕੀ ਹੋਏਗੀ, ਸੁਪਰੀਮਮ ਹੀ ਹੋਏਗੀ, ਵੱਡੀ ਹੀ ਹੋਏਗੀ। ਤਾਂ ਅਸੀਂ ਇਹਦੀ ਪਲੇਸ 'ਤੇ ਵੈਲਿਊ ਭਰਤੀ A to B ਇੰਟੈਗਰਲ, ਸੋ ਇਨਕੁਐਲਿਟੀ ਕੀ ਹੋਗੀ, ਹੋਲ। ਡੈਫੀਨੇਸ਼ਨ ਲਗਾਈ ਹੈ ਬੱਚੇ ਕਿਹਦੀਆਂ, ਇੱਕ ਤਾਂ ਲੋਅਰ ਇੰਟੈਗਰਲ ਦੀ, ਅਪਰ ਇੰਟੈਗਰਲ ਦੀ, ਇੱਕ ਉਹ ਆਰਟੀਕਲ ਯੂਜ਼ ਕੀਤਾ ਜੋ ਇਸ ਤੋਂ ਪ੍ਰੀਵੀਅਸ ਅਸੀਂ ਨੇ ਪ੍ਰੂਵ ਕੀਤਾ। ਆਈ ਹੋਪ ਸੋ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਜੇ ਕੋਈ ਡਾਊਟ ਹੋਇਆ ਤਾਂ ਬੱਚੇ ਕਮੈਂਟ ਬਾਕਸ 'ਚ ਦੱਸ ਦੇਣਾ। ਥੈਂਕ ਯੂ ਫॉर ਵਾਚਿੰਗ।